ਹੁਣ ਟਰੱਕ ਚਲਾਉਣਾ ਸਿੱਖ ਕੇ ਕਰੋ ਕਮਾਈਆਂ। 2020 CDL ਡਰਾਈਵਿੰਗ ਸਕੂਲ ਫਰੈਡਰਿਕਸਬਰਗ ਵਰਜੀਨੀਆ ਵਿਖੇ, ਜਿੱਥੇ CDL ਕਲਾਸ A, B ਤੇ P ਦੀ ਟ੍ਰੇਨਿੰਗ, ਕਾਰਸ, ਬੱਸਿਸ, ਬਾਕਸ ਟਰੱਕ, ਕਮਰਸ਼ੀਅਲ ਟਰੈਕਟਰ ਟ੍ਰੇਲਰ ਵੀ ਚਲਾਉਣੇ ਸਿਖਾਏ ਜਾਂਦੇ ਨੇ। ਇੱਥੇ ਨਾ ਸਿਰਫ ਪੰਜਾਬੀ, ਹਿੰਦੀ, ਅੰਗਰੇਜ਼ੀ, ਉਰਦੂ ਤੇ ਸਪੈਨਿਸ਼ ਵਿੱਚ ਗੱਲਬਾਤ ਕਰਨ ਦੀ ਸਹੂਲਤ ਹੈ, ਸਗੋਂ ਰਿਹਾਇਸ਼ ਦਾ ਵੀ ਪ੍ਰਬੰਧ ਹੈ। ਅੱਜ ਹੀ ਸੰਪਰਕ ਕਰੋ ਸਨੀ ਨੂੰ 540 656 0985 ਤੇ। ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਮੁੜ ਤੋਂ ਸਵਾਗਤ ਹੈ। ਅਤੇ ਇਸ ਵਕਤ ਤੁਸੀਂ ਰੇਡੀਓ ਪੰਜਾਬ ਟੂਡੇ ਦੇ ਬਠਿੰਡਾ ਸਟੂਡੀਓ ਤੋਂ ਸਾਡੇ ਨਾਲ ਜੁੜੇ ਹੋਏ, ਮੇਰੇ ਨਾਲ ਸਰਦਾਰ ਬਖਤੌਰ ਸਿੰਘ ਢਿੱਲੋਂ ਜੁੜੇ ਹੋਏ ਨੇ। ਇਸ ਤੋਂ ਪਹਿਲਾਂ ਕਿ ਆਪਾਂ ਗੱਲਬਾਤ ਅੱਗੇ ਤੋਰੀਏ, ਵਾਸ਼ਿੰਗਟਨ ਫਰੇਟ ਸਰਵਿਸ ਜਿਹੜੀ ਸੈਟਲ ਏਰੀਆ ਦੇ ਵਿੱਚ ਓਨਰ ਆਪਰੇਟਰ ਅਤੇ ਡਰਾਈਵਰ ਹਾਇਰ ਕਰ ਰਹੀ ਹੈ ਜੀ। ਅਤੇ ਤੁਸੀਂ ਜੇਕਰ ਲੌਂਗ ਹਾਲ ਨਹੀਂ ਜਾਣਾ ਚਾਹੁੰਦੇ, ਬੱਚਿਆਂ ਨਾਲ ਵੱਧ ਸਮਾਂ ਬਤੀਤ ਕਰਨਾ ਚਾਹੁੰਦੇ ਹੋ, ਗੁਰਵਿੰਦਰ ਧਾਲੀਵਾਲ ਹੋਰਾਂ ਨਾਲ 2063544060 ਅਤੇ ਜਗਦੇਵ ਸੰਧੂ ਹੋਰਾਂ ਨਾਲ 2532666924 'ਤੇ ਕਾਲ ਕਰ ਸਕਦੇ ਹੋ। 2020 CDL ਡਰਾਈਵਿੰਗ ਸਕੂਲ ਫਰੈਡਰਿਕਸਬਰਗ ਵਰਜੀਨੀਆ, ਇੱਥੇ ਤੁਸੀਂ ਸਕੂਲ ਬੱਸ ਡਰਾਈਵਰ ਬਣ ਸਕਦੇ ਹੋ। 7 days a week ਤੁਹਾਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ। ਚੰਗੀ ਹਾਇਰਿੰਗ ਹੋ ਰਹੀ ਹੈ ਜੀ, ਅੱਛੀ ਸੈਲਰੀ ਹੈ। ਅਤੇ ਇਸ ਤੋਂ ਇਲਾਵਾ CDL ਕਲਾਸ A, B and P ਦੀ ਟ੍ਰੇਨਿੰਗ ਲੈ ਸਕਦੇ ਹੋ। ਬੱਸ, ਟਰੱਕ, ਕਮਰਸ਼ੀਅਲ ਟਰੈਕਟਰ ਟ੍ਰੇਲਰ ਦੀ ਡਰਾਈਵਿੰਗ ਵੀ ਸਿੱਖ ਸਕਦੇ ਹੋ। ਸੋ 2020 CDL ਡਰਾਈਵਿੰਗ ਸਕੂਲ ਦੇ ਡਾਇਰੈਕਟਰ ਬੜੇ ਪੈਸ਼ਨੇਟ ਅਤੇ ਪ੍ਰੋਫੈਸ਼ਨਲ ਨੇ, ਮਲਟੀ ਲੈਂਗੁਏਜ ਦੇ ਵਿੱਚ ਤੁਹਾਨੂੰ ਟ੍ਰੇਨਿੰਗ ਦਿੰਦੇ ਨੇ। ਟਿਊਸ਼ਨ ਫੀ ਦੇ ਲਈ ਵੀ ਤੁਹਾਡੀ ਮਦਦ ਕਰਦੇ ਨੇ, ਅਤੇ ਸਟੇ ਅਤੇ ਪਿਕ ਐਂਡ ਡਰੋਪ ਫਰੀ ਦਿੱਤਾ ਜਾਂਦਾ ਹੈ। ਸਨੀ ਨਾਲ ਸੰਪਰਕ ਕਰ ਲਓ, 5406560985 ਦੇ ਉੱਤੇ ਕਾਲ ਕਰ ਲਓ। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਢਿੱਲੋਂ ਸਾਹਿਬ, ਸਭ ਤੋਂ ਪਹਿਲਾਂ ਤਾਂ ਗੱਲ ਕਰੀਏ, ਕੱਲ੍ਹ ਨੂੰ ਪ੍ਰਧਾਨ ਮੰਤਰੀ ਜੀ ਆ ਰਹੇ ਨੇ, ਬੜੀਆਂ ਚਰਚਾਵਾਂ ਨੇ ਕਿ ਕੋਈ ਤੋਹਫਾ ਦੇਣਗੇ, ਕੁਛ ਐਲਾਨ ਕਰਨਗੇ, ਕਿਉਂਕਿ ਦੇਖੋ ਬਾਕੀ ਤਾਂ ਡਿਵੈਲਪਮੈਂਟ ਵਰਕ ਆ, ਉਹਦੇ ਇਕੱਲੇ ਤਾਂ ਪੰਜਾਬ ਨੂੰ ਕੋਈ ਫਾਇਦਾ ਨਹੀਂ। ਜੇ ਰੇਲ ਲਾਈਨ ਹੈ ਜਾਂ ਕੀ ਕਹਿੰਦੇ ਆ ਟਰਾਂਸ ਇੰਡੀਆ ਹਾਈਵੇ ਬਣ ਰਿਹਾ ਜਿਹੜਾ, ਉਹ ਹੈ, ਪਰ ਕੀ ਖਾਸ ਜਿਹੜਾ ਪੈਕੇਜ ਦੀ ਉਮੀਦ ਕੀਤੀ ਜਾਂਦੀ ਹੈ, ਕੋਈ ਅੱਛਾ ਤੋਹਫਾ ਜਿਹੜਾ ਰਿਲੀਫ ਦੇਵੇ ਪੰਜਾਬੀਆਂ ਨੂੰ? ਦੇਖੋ, ਸਭ ਤੋਂ ਪਹਿਲੀ ਗੱਲ ਤਾਂ ਇਹ ਕਿ ਪੰਜਾਬੀਆਂ ਨੂੰ ਅਤੇ ਖਾਸ ਕਰਕੇ ਸਿੱਖਾਂ ਨੂੰ ਇਹ ਉਮੀਦ ਹੈ, ਅਤੇ ਉਹਨਾਂ ਦਾ ਹੱਕ ਵੀ ਬਣਦਾ ਕਿ ਬੜੇ ਲੰਬੇ ਸਮੇਂ ਤੋਂ ਜਿਨ੍ਹਾਂ ਬੰਦੀ ਸਿੰਘਾਂ ਨੂੰ ਜੇਲ੍ਹਾਂ 'ਚ ਬੰਦ ਰੱਖਿਆ ਹੋਇਆ ਜੀ, ਜਿਨ੍ਹਾਂ ਉਹਨਾਂ ਦੇ ਖਿਲਾਫ ਜੁਰਮ ਆਇਦ ਕੀਤਾ ਸੀ, ਉਹਦੇ ਨਾਲੋਂ ਵੱਧ ਸਜ਼ਾਵਾਂ ਉਹ ਕੱਟ ਚੁੱਕੇ ਹੈ ਅਤੇ ਉਹ ਜੇਲ੍ਹਾਂ ਦੇ ਵਿੱਚ ਬੰਦ ਹੈ ਜੀ, ਉਹਨਾਂ ਨੂੰ ਰਿਹਾ ਕੀਤਾ ਜਾਵੇ। ਖਾਸ ਤੌਰ ਦੇ ਉੱਤੇ ਜੇ ਆਪਾਂ ਦੇਖੀਏ ਤਾਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦਾ ਕੇਸ ਇੱਕ ਵਿਲੱਖਣ ਕੇਸ ਹੈ। ਬਿਲਕੁਲ ਬਿਲਕੁਲ, ਕਿਉਂਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਜਦੋਂ ਡਿਪੋਰਟ ਕੀਤਾ ਹੈ ਜਰਮਨ ਦੇ ਵਿੱਚੋਂ, ਉਸ ਵੇਲੇ ਭਾਰਤ ਸਰਕਾਰ ਨੇ ਇੱਕ ਅੰਡਰਟੇਕਿੰਗ ਦਿੱਤੀ ਸੀ ਜਰਮਨ ਦੀ ਸਰਕਾਰ ਨੂੰ ਕਿ ਕੈਪੀਟਲ ਪੁਨਿਸ਼ਮੈਂਟ ਨਹੀਂ ਦਿੱਤੀ ਜਾਊਗੀ, ਫਾਂਸੀ ਦੀ ਸਜ਼ਾ ਨਹੀਂ ਦਿੱਤੀ ਜਾਊਗੀ। ਹਾਲਾਂਕਿ ਉਹਨਾਂ ਦੇ ਖਿਲਾਫ ਜਿਹੜੇ 30-31 ਗਵਾਹ ਬਣਾਏ ਸੀ, ਉਹਨਾਂ ਦੇ ਵਿੱਚੋਂ ਕਿਸੇ ਇੱਕ ਨੇ ਵੀ ਉਹਨਾਂ ਦੇ ਖਿਲਾਫ ਗਵਾਹੀ ਨਹੀਂ ਸੀ ਦਿੱਤੀ। ਇਹਦੇ ਬਾਵਜੂਦ ਵੀ ਉਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ। ਕਿਉਂ? ਕਿਉਂਕਿ ਉਹਨਾਂ 'ਤੇ ਟਾਡਾ ਐਕਟ ਲੱਗਿਆ ਸੀ, ਔਰ ਟਾਡਾ ਦੇ ਵਿੱਚ ਇਹ ਪ੍ਰੋਵੀਜ਼ਨ ਸੀ ਕਿ ਜੇ ਕੋਈ ਵਿਅਕਤੀ ਕਿਸੇ ਗਜ਼ਟਡ ਅਧਿਕਾਰੀ ਦੇ ਸਾਹਮਣੇ ਆਪਣਾ ਜੁਰਮ ਇਕਬਾਲ ਕਰ ਲਵੇ, ਉਹਦੀ ਗਵਾਹੀ ਨੂੰ ਅਦਾਲਤ ਦੇ ਵਿੱਚ ਸਹੀ ਮੰਨਿਆ ਜਾਊਗਾ। ਔਰ ਉੱਥੇ DSP ਲੈਵਲ ਦੇ ਕਿਸੇ ਬੰਦੇ ਦੇ ਸਾਹਮਣੇ ਕਹਿੰਦੇ ਜੀ ਇਕਬਾਲੀਆ ਬਿਆਨ ਸੀ ਉਹਨਾਂ ਨੇ ਦਿੱਤਾ, ਇਹਦੇ ਆਧਾਰ ਤੇ ਫਾਂਸੀ ਦੀ ਸਜ਼ਾ ਦਿੱਤੀ। ਸਵਾਲ ਹੁਣ ਇਹ ਪੈਦਾ ਹੁੰਦਾ ਕਿ ਬੰਦਾ ਹੋਵੇ ਪੁਲਿਸ ਦੀ ਕਸਟਡੀ 'ਚ ਜੀ, ਤੇ ਕਿਹਦੀ ਪਹੁੰਚ ਹੈ? ਜੇ ਪ੍ਰਾਈਮ ਮਿਨਿਸਟਰ ਹੋਵੇ ਤਾਂ ਪ੍ਰਾਈਮ ਮਿਨਿਸਟਰ ਨੂੰ ਵੀ ਜਿਹੜਾ ਉਹ ਚਾਹਣਗੇ ਉਹਨੂੰ ਉਹੀ ਬਿਆਨ ਦੇਣਾ ਪਊਗਾ। ਬਿਲਕੁਲ, ਹੁਣ ਬਿਕਰਮ ਸਿੰਘ ਮਜੀਠੀਆ ਕਿਉਂ ਫਿਰਦਾ ਪਾਸੇ ਜ਼ਮਾਨਤਾਂ ਕਰਾਉਂਦਾ, ਬਿਲਕੁਲ ਇਹੀ ਚੀਜ਼ ਹੈ। ਔਰ ਕਿਉਂ ਕਸਟੋਡੀਅਲ ਇੰਟੈਰੋਗੇਸ਼ਨ ਪੁਲਿਸ ਮੰਗਦੀ ਹੁੰਦੀ ਹੈ ਕਿ ਕਸਟੋਡੀਅਲ ਇੰਟੈਰੋਗੇਸ਼ਨ ਦੇ ਲਈ ਇਹਦਾ ਪੁਲਿਸ ਰਿਮਾਂਡ ਦਿੱਤਾ ਜਾਵੇ, ਤੇ ਬੰਦਾ ਕਸਟੋਡੀਅਲ ਇੰਟੈਰੋਗੇਸ਼ਨ ਤੋਂ ਕਿਉਂ ਭੱਜਦਾ ਹੁੰਦਾ ਕਿ ਜੀ ਮੈਂ ਕੋਆਪਰੇਟ ਕਰੂੰਗਾ ਇਨਵੈਸਟੀਗੇਸ਼ਨ ਦੇ ਵਿੱਚ, ਪੁੱਛਗਿੱਛ ਦੇ ਵਿੱਚ ਮੈਂ ਕੋਆਪਰੇਟ ਕਰੂੰਗਾ, ਮੈਨੂੰ ਜਿਹੜਾ ਹੈਗਾ ਬੇਲ ਦਿੱਤੀ ਜਾਵੇ। ਇਹਦੇ ਬਾਵਜੂਦ ਵੀ ਜੇ ਦਵਿੰਦਰਪਾਲ ਸਿੰਘ ਭੁੱਲਰ ਨੂੰ ਫਾਂਸੀ ਦੀ ਸਜ਼ਾ ਦਿੱਤੀ, ਬਹੁਤ ਲੰਬਾ ਸਮਾਂ ਬੰਦਾ ਉਹ ਅਕਾਂਤਵਾਸ ਰਿਹਾ, ਔਰ ਮਾਨਸਿਕ ਤੌਰ ਦੇ ਉੱਤੇ ਉਹਦੀ ਸਥਿਤੀ ਬੜੀ ਖਰਾਬ ਹੋ ਗਈ। ਬਾਅਦ ਦੇ ਵਿੱਚ ਚਲੋ ਇੱਕ ਪਟੀਸ਼ਨ ਦਾਇਰ ਕੀਤੀ ਕਿ ਇੱਕ ਬੰਦੇ ਨੂੰ 2 ਸਜ਼ਾਵਾਂ ਨਹੀਂ ਦਿੱਤੀਆਂ ਜਾ ਸਕਦੀਆਂ ਇੱਕ ਜੁਰਮ ਬਦਲੇ। ਉਹਨਾਂ ਨੂੰ ਸਜ਼ਾਏ ਮੌਤ ਦੀ ਸਜ਼ਾ ਦੇਤੀ ਹੈ, ਪਰ ਮੌਤ ਦੀ ਸਜ਼ਾ ਨੂੰ ਐਗਜ਼ੀਕਿਊਟ ਨਹੀਂ ਕੀਤਾ ਗਿਆ ਔਰ 20-22 ਸਾਲ ਉਹ ਬੰਦੇ ਨੇ ਜੇਲ੍ਹ ਕੱਟ ਲਈ ਹੈ। ਤੇ ਇਹ ਗੱਲ ਗਲਤ ਹੈ, ਇਹ ਠੀਕ ਨਹੀਂ। ਮਾਨਯੋਗ ਸੁਪਰੀਮ ਕੋਰਟ ਨੇ ਉਹ ਕਨਵਰਟ ਕਰਤੀ ਸੀ ਲਾਈਫ ਇੰਪ੍ਰਿਜ਼ਨਮੈਂਟ, ਦਿੱਲੀ 'ਚ ਸੀ। ਉਹ ਤੋਂ ਬਾਅਦ ਉਹਨਾਂ ਨੂੰ ਪੰਜਾਬ ਲਿਆਂਦਾ। ਪੰਜਾਬ ਦੇ ਵਿੱਚ ਲਿਆਉਣ ਤੋਂ ਬਾਅਦ ਉਹ ਲਗਾਤਾਰ ਜਿਹੜੀ ਹੈ ਪੈਰੋਲ ਵਗੈਰਾ ਤੇ ਜਾ ਰਹੇ ਹੈ। ਨੇਕ ਚੱਲਣ ਵਾਲੀ ਉਹਨਾਂ ਦੀ ਜਿਹੜੀ ਹੈ ਸ਼ਰਤ ਉਹ ਪੂਰੀ ਹੋ ਚੁੱਕੀ ਹੈ, ਉਹਨੂੰ ਰਿਹਾ ਕਰਨਾ ਬਣਦਾ ਹੈ, ਨੰਬਰ 1। ਦੂਜੀ ਗੱਲ ਹੈ ਜਿਹੜੀ ਪੰਜਾਬ ਦੇ ਵਿੱਚ ਗੱਲ ਬੜੀ
ਉਹ ਵੀ ਚੁਭ ਰਹੀ ਹੈ, ਉਹ ਹੈ ਬਲਵੰਤ ਸਿੰਘ ਰਾਜੋਆਣੇ ਰਾਜੋਆਣੇ ਦੀ। ਜੀ, ਇਹ ਠੀਕ ਹੈ ਕਿ ਬਲਵੰਤ ਸਿੰਘ ਰਾਜੋਆਣਾ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਕਤਲ ਕਰਨ ਦੇ ਦੋਸ਼ ਦੇ ਵਿੱਚ ਆਪਣੇ ਗੁਨਾਹ ਦਾ ਇਕਬਾਲ ਕਰ ਚੁੱਕਾ ਹੈ। ਬਿਲਕੁਲ। ਔਰ ਉਹਨੇ ਇਹ ਵੀ ਲਿਖ ਕੇ ਦੇ ਦਿੱਤਾ ਸੀ ਜੀ ਮੈਨੂੰ ਛੇਤੀ ਫਾਂਸੀ ਦੇ ਦਿਓ। ਹਾਂਜੀ, ਫਾਂਸੀ ਦੀ ਡੇਟ ਵੀ ਫਿਕਸ ਹੋ ਗਈ ਸੀ, ਲੇਕਿਨ ਐਨ ਆਖਰੀ ਪਲਾਂ ਦੇ ਵਿੱਚ ਉਹ ਜਿਹੜੀ ਹੈਗੀ ਟਲ ਗਈ ਲਖਵਿੰਦਰ ਸਿੰਘ ਜਾਖੜ ਦੀ ਵਜ੍ਹਾ ਕਾਰਨ ਉਹ ਟਲ ਗਈ। ਲਖਵਿੰਦਰ ਸਿੰਘ ਜਾਖੜ ਨੂੰ ਵੀ ਕੰਟੈਂਪਟ ਦਾ ਸਾਹਮਣਾ ਕਰਨਾ ਪਿਆ ਸੀ। ਥੱਲਿਓਂ ਸੈਸ਼ਨ ਕੋਰਟ ਨੇ ਕੰਟੈਂਪਟ ਦੀ ਪ੍ਰੋਸੀਡਿੰਗ ਸਟਾਰਟ ਕਰਤੀ ਸੀ, ਲੇਕਿਨ ਹਾਈ ਕੋਰਟ ਦੇ ਵਿੱਚੋਂ ਰਾਹਤ ਉਹਨਾਂ ਨੂੰ ਇਸ ਕਰਕੇ ਮਿਲ ਗਈ ਕਿਉਂਕਿ ਉੱਥੇ ਵੀ ਕਾਨੂੰਨ ਇਹ ਹੈ ਕਿ ਕੋ ਅਕਿਊਜ਼ਡ ਦੇ ਵਿੱਚ ਜੇ ਕਿਸੇ ਇੱਕ ਦਾ ਵੀ ਮਾਮਲਾ ਪੈਂਡਿੰਗ ਪਿਆ ਤੇ ਦੂਜੇ ਨੂੰ ਜਿਹੜੀ ਹੈਗੀ ਆ ਉਹ ਫਾਂਸੀ ਨਹੀਂ ਦਿੱਤੀ ਜਾ ਸਕਦੀ। ਕੈਪੀਟਲ ਪਨਿਸ਼ਮੈਂਟ ਜਿਹੜੀ ਆ ਉਹਨੂੰ ਐਗਜ਼ੀਕਿਊਟ ਨਹੀਂ ਕੀਤਾ ਜਾ ਸਕਦਾ। ਹਾਂਜੀ, ਠੀਕ। ਇਸ ਕਰਕੇ ਉਹਨਾਂ ਦੀ ਜਾਨ ਬਚ ਗਈ ਤੇ ਉਦੋਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਅਪੀਲ ਦਾਇਰ ਕੀਤੀ ਹੋਈ ਹੈ ਰਹਿਮ ਦੀ ਦੇਸ਼ ਦੇ ਰਾਸ਼ਟਰਪਤੀ ਕੋਲੇ। ਬਾਬੇ ਨਾਨਕ ਦੇ 500 ਸਾਲਾ ਪ੍ਰਕਾਸ਼ ਉਤਸਵ ਵੇਲੇ ਇਹ ਐਲਾਨ ਵੀ ਕਰ ਦਿੱਤਾ ਸੀਗਾ ਸਾਡੇ ਗ੍ਰਹਿ ਮੰਤਰੀ ਜੀ ਨੇ ਕਿ ਜੀ ਅਸੀਂ ਬਲਵੰਤ ਸਿੰਘ ਰਾਜੋਆਣਾ ਨੂੰ ਵੀ ਰਿਹਾ ਕਰ ਦਿਆਂਗੇ, ਉਹਨਾਂ ਦੀ ਜਿਹੜੀ ਹੈਗੀ ਹੈ ਸਜ਼ਾ ਕਨਵਰਟ ਕਰ ਦਿਆਂਗੇ ਲਾਈਫ ਦੇ ਵਿੱਚ, ਔਰ ਫਿਰ ਉਹਨਾਂ ਨੂੰ ਮਤਲਬ ਰਿਹਾਈ ਵਾਸਤੇ ਰਾਹ ਸੁਧਰ ਜਾਂਦਾ ਹੈ। ਨਾਲ ਦੀ ਨਾਲ ਹੀ ਜੇ ਆਪਾਂ ਦੇਖੀਏ ਤਾਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਕੇਸ ਦੇ ਵਿੱਚ ਅੜਿੱਕਾ ਇਹ ਸੀ ਕਿ ਉਹਨਾਂ ਦੇ ਖਿਲਾਫ ਆਪਣਾ ਮਨਿੰਦਰਜੀਤ ਸਿੰਘ ਬਿੱਟਾ ਨੇ ਇੱਕ ਅਪੀਲ ਦਾਇਰ ਕੀਤੀ ਵੀ ਇਹਨਾਂ ਨੂੰ ਰਿਹਾ ਨਾ ਕੀਤਾ ਜਾਵੇ। ਉਹ ਅਪੀਲ ਡਿਸਮਿਸ ਹੋ ਚੁੱਕੀ ਹੈ। ਐਸੇ ਦਸੰਬਰ ਮਹੀਨੇ ਚ ਲਾਸਟ ਮਹੀਨੇ ਦੇ ਵਿੱਚ ਡਿਸਮਿਸ ਹੋ ਗਈ। ਡਿਸਮਿਸ ਹੋਣ ਤੋਂ ਬਾਅਦ ਤਾਂ ਕੋਈ ਅੜਿੱਕਾ ਨਹੀਂ ਹੈ। ਹੁਣ ਜੇ ਦਿੱਲੀ ਸਰਕਾਰ ਚਾਹੇ, ਦਿੱਲੀ ਦੇ ਵਿੱਚ ਕੇਜਰੀਵਾਲ ਦੀ ਸਰਕਾਰ ਹੈ, ਜੇ ਕੇਜਰੀਵਾਲ ਸਰਕਾਰ ਚਾਹੇ ਤਾਂ ਉਹਨੂੰ ਰਿਹਾ ਕਰ ਸਕਦੀ ਹੈ, ਲੇਕਿਨ ਕੇਜਰੀਵਾਲ ਸਰਕਾਰ ਰਿਹਾ ਨਹੀਂ ਕਰੂਗੀ ਕਿਉਂਕਿ ਕੇਜਰੀਵਾਲ ਨੂੰ ਭਾਵੇਂ ਪੰਜਾਬ ਦੇ ਵਿੱਚ ਵੋਟਾਂ ਦੀ ਲੋੜ ਹੈ, ਲੇਕਿਨ ਕੇਜਰੀਵਾਲ ਕਦੇ ਵੀ ਹਿੰਦੂ ਭਾਈਚਾਰੇ ਦਾ ਜਾਂ ਜਿਹੜਾ ਉਹ ਭਾਈਚਾਰਾ ਜਿਹਦੇ ਵਿੱਚ ਇੱਕ ਦਹਿਸ਼ਤ ਕ੍ਰੀਏਟ ਕਰਨ ਵਾਲੀ ਗੱਲ ਅੱਜ ਕੱਲ੍ਹ ਗੱਲਾਂ ਚੱਲਦੀਆਂ ਉਹਦੀ ਉਹ ਨਾਰਾਜ਼ਗੀ ਮੁੱਲ ਨਹੀਂ ਲੈ ਸਕਦੀ। ਔਰ ਆਪਾਂ ਨੂੰ ਪਤਾ ਕਿ ਕੇਜਰੀਵਾਲ ਸਾਹਿਬ ਜਦੋਂ ਪੰਜਾਬ ਆਉਂਦੇ ਹੈ ਇੱਥੇ ਆ ਕੇ ਉਹ ਤਿਰੰਗਾ ਯਾਤਰਾ ਕਰਦੇ, ਸ਼ਾਂਤੀ ਮਾਰਚ ਕਰਦੇ, ਉਹ ਕਾਹਦੇ ਵਾਸਤੇ? ਉਹ ਵੀ ਜਿਹੜਾ ਹਿੰਦੂ ਭਾਈਚਾਰੇ ਦਾ ਵੋਟ ਬੈਂਕ ਹੈ ਉਹਦੇ ਤੇ ਉਹ ਨਿਗਾਹ ਹੈ ਉਹਨਾਂ ਦੀ। ਸੋ ਉਹਨਾਂ ਨੇ ਕੋਈ ਗੱਲ ਕਰਨੀ ਨਹੀਂ। ਮੇਰੇ ਖਿਆਲ ਮੁਤਾਬਕ ਇਹ ਦੋ ਚੀਜ਼ਾਂ ਜਿਹੜੀਆਂ ਹੈਗੀਆਂ ਜਾਂ ਕੁਛ ਹੋਰ ਬੰਦੇ ਸਾਰੇ ਗਿਣਤੀ ਦੇ ਮੇਰੇ ਖਿਆਲ 10-12 ਬੰਦੇ ਰਹਿ ਗਏ ਜਿਹੜੇ ਜੇਲ੍ਹਾਂ ਦੇ ਵਿੱਚ। ਇੱਕ ਤਾਂ ਲੋਕਾਂ ਨੂੰ ਇਹ ਆਸ ਹੈ ਕਿ ਇਹ ਕੁਛ ਹੋਊ, ਦੂਜੀ ਜਿਹੜੀ ਹੈਗੀ ਆਸ ਲੋਕਾਂ ਨੂੰ ਬਹੁਤ ਵੱਡੀ ਹੈ ਕਿ ਕਿਸੇ ਕਿਸਮ ਦਾ ਜਿਹੜਾ ਹੈਗਾ ਰਿਲੀਫ ਐਗਰੀਕਲਚਰ ਨੂੰ ਕੋਈ ਨਾ ਕੋਈ ਪੈਕੇਜ ਦਿੱਤਾ ਜਾਊਗਾ ਤੇ ਇੰਡਸਟਰੀਅਲ ਪੈਕੇਜ ਵੀ ਦਿੱਤਾ ਜਾਊਗਾ। ਇਹ ਲੋਕਾਂ ਦੀ ਆਸ ਉਮੀਦ ਹੈ। ਲੇਕਿਨ ਪ੍ਰਧਾਨ ਮੰਤਰੀ ਸਾਹਿਬ ਦੇ ਚਿੱਤ ਵਿੱਚ ਕੀ ਹੈ ਇਹ ਕਿਸੇ ਨੂੰ ਕੋਈ ਪਤਾ ਨਹੀਂ। ਉਹਨਾਂ ਦੇ ਦਿਮਾਗ ਵਿੱਚ ਕੀ ਹੈ ਉਹਨਾਂ ਦੀ ਪਾਰਟੀ ਨੂੰ ਵੀ ਨਹੀਂ ਪਤਾ। ਲੇਕਿਨ ਜੇ ਪ੍ਰਧਾਨ ਮੰਤਰੀ ਸਾਹਿਬ ਕੁਛ ਕਰ ਰਹੇ ਤਾਂ ਇਹ ਠੀਕ ਹੈ ਕਿ ਕੁਛ ਨਾ ਕੁਛ ਕਰਨਗੇ। ਵੈਸੇ ਨੀਂਹ ਪੱਥਰ ਉਹਨਾਂ ਨੇ ਜ਼ਰੂਰ ਰੱਖਣਾ ਹੈ। ਜਿਹੜਾ ਤੁਸੀਂ ਉਹ ਸੜਕਾਂ ਵਾਲੀ ਗੱਲ ਕਹਿੰਦੇ ਹੋ ਉਹ 42,000 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖਣੇ, 2 ਸੜਕੀ ਗਲਿਆਰੇ ਆ ਜਿਨ੍ਹਾਂ 'ਚ ਸ਼ਾਮਲ ਹੈ। ਔਰ ਅੰਦੋਲਨ ਤੋਂ ਬਾਅਦ, ਕਿਉਂਕਿ ਖੇਤੀਬਾੜੀ ਅੰਦੋਲਨ ਤੋਂ ਬਾਅਦ ਇਹ ਦੇਸ਼ ਦੇ ਪ੍ਰਧਾਨ ਮੰਤਰੀ ਦੀ ਪੰਜਾਬ ਦੀ ਪਹਿਲੀ ਫੇਰੀ ਹੈ ਤੇ ਅੰਦੋਲਨ ਦੇ ਨਾਲ ਜਿਹੜੀ ਕੁੜੱਤਣ ਪੈਦਾ ਹੋਈ ਹੈ ਉਸ ਕੁੜੱਤਣ ਨੂੰ ਦੂਰ ਕਰਨ ਦੀ ਵੀ ਗੱਲ ਹੈ। ਔਰ ਇਹਦੇ ਨਾਲ ਜਿਹੜੀ ਹੈਗੀ ਹੈ ਦਿੱਲੀ ਕਟੜਾ ਐਕਸਪ੍ਰੈਸ ਵੇ 699 ਕਿਲੋਮੀਟਰ ਲੰਬੀ ਔਰ ਇਹ 39,500 ਕਰੋੜ ਰੁਪਈਆ ਇਹਦੇ ਤੇ ਖਰਚ ਹੋਣਾ ਹੈ। ਉਹਦਾ ਵੀ ਉਹਨਾਂ ਨੇ ਨੀਂਹ ਪੱਥਰ ਰੱਖਣਾ ਤੇ ਅੰਮ੍ਰਿਤਸਰ ਸੈਕਸ਼ਨ ਹੈ ਜਿਹੜਾ ਉਹਨਾਂ ਅੰਮ੍ਰਿਤਸਰ ਸੈਕਸ਼ਨ ਉਹਨੂੰ ਚੌਮਾਰਗੀ ਬਣਾਉਣਾ। ਫਿਰੋਜ਼ਪੁਰ ਦੇ ਵਿੱਚ 100 ਬੈੱਡ ਜਿਹੜੇ ਹੈਗੇ PGI ਸੈਟੇਲਾਈਟ ਸੈਂਟਰ 100 ਬੈੱਡ ਦਾ ਉਹਦਾ ਨੀਂਹ ਪੱਥਰ ਰੱਖਣਾ 490 ਕਰੋੜ ਰੁਪਏ ਉੱਤੇ ਲੱਗਣੇ। ਇਸੇ ਤਰੀਕੇ ਹੁਸ਼ਿਆਰਪੁਰ ਦੇ ਵਿੱਚ ਉਹਨਾਂ ਨੇ 325 ਕਰੋੜ ਰੁਪਏ ਦੀ ਲਾਗਤ ਨਾਲ 2 ਮੈਡੀਕਲ ਕਾਲਜ ਹੈ ਜਿਹੜੇ ਸਪਾਂਸਰਡ ਬਾਈ ਕੇਂਦਰ ਹੈ ਉਹਨਾਂ ਦਾ ਵੀ ਨੀਂਹ ਪੱਥਰ ਵਗੈਰਾ ਉਹਨਾਂ ਨੇ ਸਾਰਾ ਕੁਛ ਰੱਖਣਾ। ਇਹ ਗੱਲਾਂ ਆਪਦੀ ਥਾਂ ਤੇ, ਲੇਕਿਨ ਵੱਡੀ ਗੱਲ ਜਿਹੜੀ ਸਾਡੇ ਵਾਸਤੇ ਹੈ ਚਿੰਤਾ ਦਾ ਵਿਸ਼ਾ ਉਹ ਆ ਪੰਜਾਬ ਦੀ ਡਿਵੈਲਪਮੈਂਟ। ਗੱਲ ਤਾਂ ਉਹੀ ਆ ਗਈ ਕਰਜ਼ਾ ਤੇ ਡਿਵੈਲਪਮੈਂਟ। ਹਾਂ, ਪੰਜਾਬ ਦੀ ਡਿਵੈਲਪਮੈਂਟ ਜਿਹੜੀ ਹੈਗੀ ਹੈ, ਡਿਵੈਲਪਮੈਂਟ ਕਿਸ ਕਿਸਮ ਦੀ ਚਾਹੀਦੀ ਹੈ? ਸਾਨੂੰ ਨਹੀਂ ਚਾਹੀਦੀਆਂ ਵੀ ਕਿਖਲੀਆਂ ਸੜਕਾਂ ਦੇ, ਸਾਨੂੰ ਜਿਹੜੀ ਹੈ ਹਿਊਮਨ ਡਿਵੈਲਪਮੈਂਟ ਚਾਹੀਦੀ ਹੈ। ਬਿਲਕੁਲ, ਜਿੰਨੀ ਜੇ ਇੰਡਸਟਰੀ ਹੋਵੇ, ਪੜ੍ਹਾਈ ਉਹੀ ਹਿਊਮਨ ਡਿਵੈਲਪਮੈਂਟ ਦੇ ਵਿੱਚ ਸਾਰਾ ਕੁਛ ਆ ਜਾਂਦਾ ਹੈ। ਜਿਹਦੇ ਨਾਲ ਮਤਲਬ ਸਾਡੇ ਜਿਹੜੀ ਹੈਗੀ ਹੈ ਇੱਥੇ ਜਿਹੜੀ ਐਗਰੋ ਇੰਡਸਟਰੀ ਚਾਹੀਦੀ ਹੈ। ਪੰਜਾਬ ਖੇਤੀਬਾੜੀ ਆਧਾਰਿਤ ਰਾਜ ਹੈ। ਖੇਤੀਬਾੜੀ ਦਾ ਜਿਹੜੇ ਤੋਂ ਕਿੰਨੀਆਂ ਚੀਜ਼ਾਂ ਬਣਦੀਆਂ ਜੇ ਕਾਰਪੋਰੇਟ ਘਰਾਣਿਆਂ ਦੀ ਨਜ਼ਰ ਪੰਜਾਬ ਦੇ ਖੇਤੀ ਸੈਕਟਰ ਦੇ ਉੱਤੇ ਕਾਹਦੀ ਖਾਤਰ? ਉਹਨਾਂ ਨੂੰ ਵੀ ਇਸ ਗੱਲ ਦਾ ਪਤਾ ਹੈ ਕਿ ਹੁਣ ਹੌਲੀ ਹੌਲੀ ਕਰਕੇ ਉਹ ਸਮਾਂ ਬੀਤਦਾ ਜਾ ਰਿਹਾ ਜਦੋਂ ਤੇਲ ਤੋਂ ਪੈਦਾ ਆਮਦਨ ਹੁੰਦੀ ਸੀ। ਹੁਣ ਜਿਹੜੀ ਅਗਲੀ ਆਮਦਨ ਹੈ ਉਹ ਖੁਰਾਕੀ ਵਸਤਾਂ ਤੋਂ ਤੇ ਖੁਰਾਕੀ ਵਸਤਾਂ ਦਾ ਸਭ ਤੋਂ ਵੱਡਾ ਕੇਂਦਰ ਪੰਜਾਬ ਹੈ। ਸੋ ਇਸ ਕਿਸਮ ਦੀ ਇੰਡਸਟਰੀ ਜਿਹੜੀ ਹੈਗੀ ਹੈ ਉਹ ਪੰਜਾਬ ਦੇ ਵਿੱਚ ਲੱਗਣੀ ਚਾਹੀਦੀ। ਅਗਲੀ ਗੱਲ, ਹੁਣ ਜੇ ਪੰਜਾਬ ਦੇ ਵਿੱਚੋਂ ਆਪਾਂ ਦੇਖੀਏ ਸਾਡੀਆਂ ਜਿਹੜੀਆਂ ਅਸੀਂ ਚੀਜ਼ਾਂ ਦਾ ਉਤਪਾਦਨ ਕਰਦੇ ਹਾਂ ਉਹ ਚੀਜ਼ਾਂ ਜਦੋਂ ਖਾੜੀ ਦੇਸ਼ਾਂ ਨੂੰ ਭੇਜਣੀਆਂ
ਤੇ ਉਹਦੇ ਲਈ ਉਹਦੇ ਵਾਸਤੇ ਸਾਨੂੰ ਕਿੱਧਰ ਦੀ ਜਾਣਾ ਪੈਂਦਾ ਹੈ? ਬਾਇਆ ਬੰਬੇ ਬੰਬੇ ਤੇ ਉਹ ਕਾਂਡਲਾ ਬਾਇਆ ਬੰਬੇ ਦੇ ਕਾਂਡਲਾ ਵਿੱਚ ਦੀ ਜਾਣਾ ਹੈ। ਔਰ ਇਹ ਸਾਡਾ ਜਿਹੜਾ ਹੈਗਾ ਬਾਰਡਰ ਪਾਕਿਸਤਾਨ ਵਾਲਾ ਕਿਉਂ ਨਹੀਂ ਖੋਲ੍ਹਿਆ? ਜਦੋਂ ਨੂੰ ਬੰਬੇ ਜਾਂਦਾ ਉਦੋਂ ਤਾਂ ਕੀ ਕਹਿੰਦੇ ਕਿਤੇ ਦੀ ਕਿਤੇ ਜਾਵੇ ਨਹੀਂ, ਉਹ ਹੁਣ ਇਹ ਗੱਲ ਕਹਿ ਸਕਦੇ ਜੀ ਆ ਦੇਖੋ ਇਹ ਤਾਂ ਸਰਹੱਦ ਦੇ ਉੱਤੇ ਗੜਬੜ ਹੈ। ਪਰ ਗੱਲ ਹੈ ਕਿ ਜਿੰਨੀਆਂ ਵਾਰਦਾਤਾਂ ਹੁਣ ਤੱਕ ਹੋਈਆਂ ਜੀ, ਸਭ ਤੋਂ ਵੱਡੀ ਵਾਰਦਾਤ ਤਾਂ ਬੰਬੇ ਵਾਲੀ ਹੋਈ ਹੈ। ਉਹ ਤਾਂ ਸਮੁੰਦਰ ਦੇ ਰਸਤੇ ਹੋਈ ਹੈ। ਹੁਣ ਜੇ ਆਪਾਂ ਦੇਖੀਏ ਕਿ ਨਸ਼ੀਲੇ ਪਦਾਰਥ ਆਉਂਦੇ ਹੈ, ਨਸ਼ੀਲੇ ਪਦਾਰਥ ਤਾਂ ਹੁਣ ਜਿਹੜੀ ਹੈਗੇ ਸਾਡੀ ਬਾਰਡਰ ਤਾਂ ਜਿਹੜਾ ਹੈ ਫੈਂਸਿੰਗ ਹੋਈ ਹੈ, ਚੱਪੇ ਚੱਪੇ ਤੇ BSF ਹੈ। ਬਿਲਕੁਲ ਜੀ, ਇੱਥੇ ਤਾਂ ਉਨੀ ਆਮਦੀ ਹੈ ਨਹੀਂ ਜਿੰਨੀ ਆਮਦਨ ਸਮੁੰਦਰ ਤੇ ਰਹੀ ਹੈ। ਬਿਲਕੁਲ। ਸੋ ਪ੍ਰਧਾਨ ਮੰਤਰੀ ਸਾਹਿਬ ਆ ਰਹੇ ਹੈ, ਵੈਲਕਮ ਕਰਦੇ ਹਾਂ ਅਸੀਂ। ਕੱਲ ਨੂੰ ਉਹਨਾਂ ਦੀ ਫੇਰੀ ਹੈ ਤੇ ਉਮੀਦ ਕਰਦੇ ਹਾਂ ਕਿ ਪੰਜਾਬ ਦੇ ਲੋਕਾਂ ਦੀਆਂ ਜਿਹੜੀਆਂ ਆਸਾਂ ਮੰਗਾਂ ਤੇ ਪੂਰੇ ਉਤਰਨ। ਇੱਕ ਤਾਂ ਇਹ ਹੈ ਕਿ ਟੈਕਸ ਹੋਲੀਡੇ ਹੈ ਜਿਹੜੀ ਉਹ ਪੰਜਾਬ ਨੂੰ ਮਿਲਣਾ ਚਾਹੀਦਾ। ਬਿਲਕੁਲ। ਪੰਜਾਬ ਦੀ ਇੰਡਸਟਰੀ ਤਬਾਹ ਇਸ ਕਰਕੇ ਹੋਈ ਹੈ ਕਿ ਪੰਜਾਬ ਦੇ ਆਲੇ ਦੁਆਲੇ ਦੇ ਜਿਹੜੇ ਪਹਾੜੀ ਰਾਜ ਸੀ ਉਹਨਾਂ ਨੂੰ ਰਿਆਇਤਾਂ ਦਿੱਤੀਆਂ ਸੀ ਟੈਕਸਾਂ ਦੇ ਵਿੱਚ। ਸਾਰੀ ਇੰਡਸਟਰੀ ਜਿਹੜੀ ਹੈਗੀ ਇੱਥੋਂ ਸ਼ਿਫਟ ਹੋ ਕੇ ਉੱਥੇ ਚਲੀ। ਦੇਖੋ ਜਾਂ ਤਾਂ ਹਿਮਾਚਲ ਬੜੀ ਚਲੀ ਗਈ ਤੇ ਜਾਂ ਤੁਸੀਂ ਜਦੋਂ ਆਪਾਂ ਜੰਮੂ ਨੂੰ ਜਾਂਦੇ ਆ ਰਾਹ ਚੋਂ ਕੱਟੜੇ ਦੇ ਕੋਲੇ ਕਿੰਨੀ ਇੰਡਸਟਰੀ ਲੱਗੀ। ਉੱਤਰਾਖੰਡ 'ਚ ਵੀ ਗਈ ਹੈ ਜੀ। ਉੱਤਰਾਖੰਡ 'ਚ ਵੀ ਗਈ ਹੈ। 3 ਸਟੇਟਾਂ ਜਿਹੜੀਆਂ ਹੈਗੀਆਂ ਨਾ, 3 ਸਟੇਟਾਂ ਦੇ ਵਿੱਚ ਸਾਡੀ ਇੰਡਸਟਰੀ ਗਈ ਹੈਗੀ। ਤੇ ਉਹ ਇੰਡਸਟਰੀ ਹੈ ਜਿਹੜੀ ਉਹ ਤਾਂ ਹੀ ਪੰਜਾਬ ਦੇ ਵਿੱਚ ਨਵੀਂ ਇੰਡਸਟਰੀ ਲੱਗ ਸਕਦੀ ਹੈ ਜੇ ਇੱਥੇ ਕੋਈ ਟੈਕਸ ਦੇ ਵਿੱਚ ਛੋਟ ਦਿੱਤੀ ਜਾਵੇ ਤਾਂ ਇਹ ਦੇਣੀ ਚਾਹੀਦੀ ਹੈ। ਤੇ ਖੇਤੀਬਾੜੀ ਵਾਸਤੇ ਪੈਕੇਜ ਜ਼ਰੂਰੀ ਹੈ। ਬਹੁਤ ਖਾਸ ਕਰਕੇ ਜੀ 5 ਕਿੱਲਿਆਂ ਤੋਂ ਘੱਟ ਕਿਸਾਨਾਂ ਨੂੰ ਜੇਕਰ 50% ਖਾਦ ਤੇ ਸਬਸਿਡੀ ਦੇ ਦੇਣ, ਠੀਕ ਹੈ। ਸਭ ਉਹਦੇ ਨਾਲ ਵੱਡੀ ਗੱਲ, ਸਭ ਤੋਂ ਵੱਡੀ ਗੱਲ ਇਹ ਹੈ ਕਿ ਪੰਜਾਬ ਦੀ ਜਿਹੜੀ ਹੈਗੀ ਹੈ ਤਬਾਹੀ ਦਾ ਕਾਰਨ ਕੀ ਹੈ ਜੀ? ਪੰਜਾਬ ਦੀ ਤਬਾਹੀ ਦਾ ਕਾਰਨ ਹੈ ਕਿ ਜਿਹੜੀ ਜ਼ਿਆਦਾ ਪਾਣੀ ਲੈਣ ਵਾਲੀਆਂ ਫਸਲਾਂ ਝੋਨੇ ਤੋਂ ਖੜਾ ਛਡਾ ਦਿਓ। ਝੋਨਾ ਤੇ ਕਣਕ ਦਾ ਜਿਹੜਾ ਫਸਲੀ ਚੱਕਰ ਹੈ ਇਹ ਡਾਈਵਰਸਿਫਿਕੇਸ਼ਨ ਵਾਸਤੇ ਡਾਈਵਰਸਿਫਿਕੇਸ਼ਨ ਵੱਲ ਧਿਆਨ ਦੇਣਾ ਚਾਹੀਦਾ। ਸਰਕਾਰਾਂ ਨਹੀਂ ਦੇ ਰਹੀਆਂ ਜੀ। ਝੋਨਾ ਤਾਂ ਹੁਣ ਬਹੁਤ ਸਾਰੀਆਂ ਹੋਰ ਸਟੇਟਾਂ 'ਚ ਵੀ ਹੋ ਜਾਂਦਾ, ਨਾਲੇ ਉਹਨਾਂ ਨੇ ਚੌਲ ਖਾਣੇ, ਨਾਲੇ ਟਰਾਂਸਪੋਰਟੇਸ਼ਨ ਸਾਡੀ ਤਾਂ ਮਤਲਬ ਜਿਹੜੀ ਹੈ ਖੁਰਾਕ ਨਹੀਂ ਹੈ ਝੋਨਾ। ਅਸੀਂ ਤਾਂ ਬਾਕੀ ਇੰਡੀਆ ਵਾਸਤੇ ਪੈਦਾ ਕਰਦੇ ਸੀ। ਹੁਣ ਜੇ ਇੰਡੀਆ ਦੀਆਂ ਹੋਰ ਸਟੇਟਾਂ ਦੇ ਵਿੱਚ ਪੈਦਾ ਹੋਣਾ ਸ਼ੁਰੂ ਹੋ ਗਿਆ ਤੇ ਇੱਥੇ ਉਹ ਜਿਹੜੀ ਹੈਗੀ ਹੈ ਫਸਲ ਹੋਵੇ ਜਿਹੜੀ ਫਸਲ ਪਾਣੀ ਘੱਟ ਲਵੇ। ਕਿੰਨੇ ਬਲਾਕ ਸਾਡੇ ਜਿਹੜੇ ਹੈਗੇ ਆ ਉਹ ਬਲੈਕ ਹੋ ਚੁੱਕੇ, ਬਹੁਤ ਵੱਡਾ ਹਿੱਸਾ ਬਲੈਕ ਹੋ ਚੁੱਕਾ। ਬਿਲਕੁਲ ਜੀ, ਬਿਲਕੁਲ। ਇਸ ਕਰਕੇ ਡਾਈਵਰਸਿਫਿਕੇਸ਼ਨ ਵਾਸਤੇ ਵੀ ਪੈਸੇ ਦੀ ਲੋੜ ਹੈ। ਤੇ ਨਾਲ ਜਿਹੜਾ ਪੰਜਾਬ ਦੇ ਸਿਰ ਦੇ ਉੱਤੇ ਕਰਜ਼ਾ 2 ਕਿਸਮ ਦਾ ਹੈ ਜੀ। ਇੱਕ ਹੈ ਜਿਹੜਾ ਸਟੇਟ ਕਰਜ਼ਾ ਹੈ, ਸਟੇਟ ਦੇ ਖਿਲਾਫ ਲਗਭਗ ਜੇ ਤੁਸੀਂ ਦੇਖੀ ਤਾਂ 3 ਲੱਖ ਕਰੋੜ ਰੁਪਏ ਦਾ, ਬਹੁਤ ਜ਼ਿਆਦਾ। ਔਰ 3 ਲੱਖ ਕਰੋੜ ਰੁਪਏ ਦੇ ਕਰਜ਼ੇ ਦੇ ਵਿੱਚੋਂ ਸਾਨੂੰ ਆਪਣਾ ਜਿਹੜਾ ਸਾਡਾ ਬਜਟ ਹੈ ਉਹਦਾ ਵੱਡਾ ਹਿੱਸਾ ਤਾਂ ਅਸੀਂ ਵਿਆਜ ਦੇ ਦਿੰਦੇ ਹਾਂ। ਇਹਦੇ ਲਈ ਪ੍ਰਧਾਨ ਮੰਤਰੀ ਸਾਹਿਬ ਨੂੰ ਜ਼ਰੂਰ ਸੋਚਣਾ ਚਾਹੀਦਾ ਕਿਉਂਕਿ ਪੰਜਾਬ ਇਸ ਦੇਸ਼ ਦਾ ਹਿੱਸਾ ਹੈ। ਪੰਜਾਬ ਇਸ ਦੇਸ਼ ਦੀ ਖੜਗ ਭੁਜਾ ਹੈ। ਜੰਗੇ ਆਜ਼ਾਦੀ ਤੋਂ ਲੈ ਕੇ ਜਦੋਂ ਸੁਰੱਖਿਆ ਦੀ ਲੋੜ ਪੈਂਦੀ ਹੈ ਉਦੋਂ ਪੰਜਾਬੀ ਮੂਹਰੇ ਆਉਂਦੇ। ਜਦੋਂ ਕੋਈ ਇਮਤਿਹਾਨ ਦੀਆਂ ਘੜੀਆਂ ਭਾਰਤ ਤੇ ਆਉਂਦੀਆਂ ਤਾਂ ਪੰਜਾਬੀ ਆਉਂਦੇ। ਔਰ ਪੰਜਾਬੀ ਡਾਇਸਪੋਰੇ ਨੇ ਦੁਨੀਆ ਦੇ ਵਿੱਚ ਭਾਰਤ ਦਾ ਨਾਂ ਜਿਹੜਾ ਰੌਸ਼ਨ ਕੀਤਾ ਵਾ। ਇਸ ਕਰਕੇ ਭਾਰਤ ਦੀ ਵੀ ਇਹ ਡਿਊਟੀ ਬਣਦੀ ਹੈ। ਵੈਸੇ ਮੇਰੀ ਕੁਛ ਜਿਹੜੇ ਬੰਦਿਆਂ ਨੇ, ਕੁਛ ਬੰਦੇ ਹੁਣ ਭਾਰਤੀ ਜਨਤਾ ਪਾਰਟੀ ਦੇ ਵਿੱਚ ਗਏ ਹੈ, ਉਹਨਾਂ ਨਾਲ ਗੱਲਾਂ ਬਾਤਾਂ ਹੋਈਆਂ ਵੀ ਤੁਸੀਂ ਕੀ ਸੋਚ ਕੇ ਗਏ ਹੋ। ਉਹ ਕਹਿੰਦੇ ਵੀ ਸ਼ਾਇਦ ਭਾਰਤੀ ਜਨਤਾ ਪਾਰਟੀ ਦੀ ਥੋੜੀ ਜੀ ਹੁਣ ਬਦਲੀ ਹੈ, ਨੀਤੀ ਬਦਲੀ ਵੀ ਹੈ। ਹੁਣ ਉਹ ਜਿਹੜੀ ਕਹਿੰਦੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਰੋਲ ਹੋਊਗਾ ਨਾ, ਇੱਥੇ ਜਿਹੜੀ ਉਹਨਾਂ ਦੀ ਪੋਲੀਟਿਕਸ ਹੈ ਉਹ ਸਿੱਖ ਸੈਂਟਰਿਕ ਹੋਊਗੀ। ਇਹ ਨਹੀਂ ਹੈਗੀ ਹੈ ਕਿ ਇੱਥੇ ਮਤਲਬ ਜਿਹੜੇ ਹੈਗੇ ਬਨਵਾਰੀ ਲਾਲ ਜੀ ਬਣਾਤੇ ਤੇ ਉਹ ਨਹੀਂ ਹੈ ਵੀ ਇਹ ਉਸ ਪਾਸੇ ਨੂੰ ਚੱਲੇ ਹੋਏ ਹੈ। ਜੇ ਸਿੱਖ ਸੈਂਟਰਿਕ ਪੋਲੀਟਿਕਸ ਲੈ ਕੇ ਆਉਣੀ ਤੇ ਫਿਰ ਆਰਥਿਕਤਾ ਵੀ ਉਹਦੇ ਮੁਤਾਬਕ ਚਾਹੀਦੀ ਹੈ। ਆਰਥਿਕ ਤੌਰ ਤੇ ਜਿੰਨੀ ਦੇਰ ਤੱਕ ਹੁਲਾਰਾ ਨਹੀਂ ਮਿਲਦਾ ਉਨੀ ਦੇਰ ਤੱਕ ਜਿਹੜਾ ਹੈਗਾ ਦੇਸ਼ ਪ੍ਰਤੀ ਵੀ ਭਾਰਤੀ ਜਨਤਾ ਪਾਰਟੀ ਵੀ, ਸਰਕਾਰ ਪ੍ਰਤੀ ਵੀ, ਕੇਂਦਰ, ਕਿਉਂਕਿ ਪੰਜਾਬ ਦੇ ਲੋਕ ਇਸ ਵੇਲੇ ਆਪਣੇ ਆਪ ਨੂੰ ਇੱਕ ਜਿਹੜੇ ਓਪਰੇ ਜੇ ਸਮਝਦੇ, ਉਹਨਾਂ ਨੂੰ ਇਹ ਕਿ ਸਾਡੇ ਨਾਲ ਵਿਤਕਰਾ ਹੁੰਦਾ ਹੈ। ਔਰ ਵਿਤਕਰੇ ਵਾਲੀਆਂ ਗੱਲਾਂ ਹੁਣ ਹੋਣ ਲੱਗ ਗਈਆਂ। ਜਿਹੜੀ 9 ਮਾਸ ਦੇ ਰਿਸ਼ਤੇ ਵਾਲੀ ਪਾਰਟੀ ਸੀ ਉਹ ਵੀ ਕਹਿਣ ਲੱਗੇ ਜੀ ਸਾਡੇ ਨਾਲ ਤਾਂ ਧੱਕਾ ਹੁੰਦਾ ਹੈ ਕਿਉਂਕਿ ਅਸੀਂ ਵੱਖਰੀ ਕਿਸਮ ਦੀ ਸਟੇਟ ਆ ਸਾਡੀ। ਇਹ ਇਤਿਹਾਸਕ ਤੌਰ ਤੇ ਦੇਖੀਏ, ਭੂਗੋਲਿਕ ਤੌਰ ਤੇ ਦੇਖੀਏ ਆਪਾਂ, ਔਰ ਭਾਵੇਂ ਠੀਕ ਹੈ ਅਸੀਂ ਭਾਰਤ ਦੇ ਵਿੱਚੋਂ ਪੈਦਾ ਹੋਏ ਵੀ ਸਿੱਖ ਭਾਈਚਾਰਾ, ਲੇਕਿਨ ਜਿਹੜੇ ਵੀ ਹਮਲੇ ਪੰਜਾਬ ਦੇ ਭਾਰਤ ਦੇ ਉੱਤੇ ਹੋਏ ਉਹਨਾਂ ਹਮਲਿਆਂ ਦਾ ਜਿਹੜਾ ਮੋਹਰੀ ਹਿੱਸਾ ਉਹ ਤਾਂ ਪੰਜਾਬ ਹੈ। ਪੰਜਾਬ ਜਿਸ ਤਰ੍ਹਾਂ ਉਹ ਖੜਗ ਭੁਜਾ, ਮੈਂ ਪਹਿਲਾਂ ਕਹਿ ਚੁੱਕੇ ਹਾਂ, ਪੰਜਾਬ ਲੜਾਈ ਲੜਦਾ ਤਾਂ ਉਹ ਪੰਜਾਬ ਦੇ ਲਈ ਪੰਜਾਬ ਨੂੰ ਉਹਦਾ ਹੱਕ ਮਿਲਣਾ ਚਾਹੀਦਾ ਹੈ। ਬਿਲਕੁਲ। ਸੋ ਪੰਜਾਬ ਦੇ ਹੱਕ ਦੀ ਗੱਲ ਮਿਲਣ ਕੀਤੀ ਹੈ, ਪਰ ਸਿੱਧੂ ਸਾਹਿਬ ਜਿਹੜੇ ਪਹਿਲਾਂ ਮੁਫਤ ਸਹੂਲਤਾਂ ਦਾ ਵਿਰੋਧ ਕਰਦੇ ਸੀ ਹੁਣ ਕਹਿੰਦੇ ਝੜੀ ਲਾਤੀ। ਕੱਲ ਉਹਨਾਂ ਨੇ ਸਾਹ ਹੀ ਨਹੀਂ ਆਇਆ ਬੋਲਦਿਆਂ ਨੂੰ। ਕੀ ਕਿਹਾ ਜਾਵੇ ਸਿੱਧੂ ਸਾਹਿਬ ਦੇ? ਜੇ ਆਪਾਂ ਪੁਰਾਣੇ ਬਿਆਨ ਕੱਢ ਕੇ ਦੇਖ ਲਈਏ, ਆਮ ਤੌਰ ਦੇ ਉੱਤੇ ਭਾਵੇਂ ਹੁਣ ਹੈਗਾ ਤੁਹਾਡਾ ਸੋਸ਼ਲ ਮੀਡੀਆ ਦਾ ਯੁੱਗ ਹੈ ਤੇ ਉਹ ਤਾਂ ਉਹਦੀ ਲਾ ਦਿੰਦਾ ਹੀ ਨਾਲ। ਜ਼ਿਆਦਾਤਰ ਜੇ ਆਪਾਂ ਦੇਖੀਏ ਤੇ ਸਿੱਧੂ ਸਾਹਿਬ ਵੀ ਇਸ ਗੱਲ ਤੇ ਜ਼ੋਰ ਦਿੰਦੇ ਰਹੇ ਕਿ ਜਦੋਂ 3 ਕਾਲੇ ਕਾਨੂੰਨ ਬਣੇ ਹੈ 3 ਕਾਲੇ ਕਾਨੂੰਨ ਬਣਨ ਤੋਂ ਪਹਿਲਾਂ 3 ਆਰਡੀਨੈਂਸ ਆਏ ਸੀ। ਉਹ ਆਰਡੀਨੈਂਸ ਕੇਂਦਰੀ ਕੈਬਨਿਟ ਨੇ ਪਾਸ ਕੀਤੇ ਸੀ ਔਰ ਜਦੋਂ ਪਾਰਲੀਮੈਂਟ ਦਾ ਸੈਸ਼ਨ ਆਇਆ, ਸੈਸ਼ਨ ਤੋਂ ਪਹਿਲਾਂ ਉਹਨਾਂ ਆਰਡੀਨੈਂਸਾਂ ਨੂੰ ਬਿੱਲਾਂ 'ਚ ਤਬਦੀਲ ਕੀਤਾ ਜਾਵੇ, ਇਹ ਵੀ ਕੈਬਨਿਟ ਨੇ ਪਾਸ ਕੀਤੇ ਸੀ।
ਔਰ ਉਦੋਂ ਹਰਸਿਮਰਤ ਕੌਰ ਬਾਦਲ ਜਿਹੜੇ ਹੈਗੇ ਆ ਉਹ ਕੇਂਦਰੀ ਕੈਬਨਿਟ ਦਾ ਹਿੱਸਾ ਹੁੰਦੇ ਸੀ। ਔਰ ਬਾਅਦ ਦੇ ਵਿੱਚ ਜਦੋਂ ਪ੍ਰੈਸ਼ਰ ਬਹੁਤ ਜ਼ਿਆਦਾ ਪੈ ਗਿਆ ਪੰਜਾਬ ਦੇ ਵਿੱਚੋਂ, ਕਿਸਾਨ ਅੰਦੋਲਨ ਦਾ ਪ੍ਰੈਸ਼ਰ ਬਾਦਲ ਫੈਮਿਲੀ ਬਰਦਾਸ਼ਤ ਨਾ ਕਰ ਸਕੀ ਤੇ ਇਹਨਾਂ ਨੇ ਅਸਤੀਫਾ ਵੀ ਦਿੱਤਾ ਸੀ ਤੇ NDA ਚੋਂ ਬਾਹਰ ਵੀ ਆ ਗਏ ਸੀ। ਸਰਦਾਰ ਸੁਖਬੀਰ ਸਿੰਘ ਬਾਦਲ ਨੇ ਪਾਰਲੀਮੈਂਟ ਦੇ ਵਿੱਚ ਇਹਦਾ ਐਲਾਨ ਕੀਤਾ ਸੀ। ਲੇਕਿਨ ਅਸੀਂ ਸਰਦਾਰ ਨਵਜੋਤ ਸਿੰਘ ਸਿੱਧੂ ਨੂੰ ਦੇਖਿਆ, ਬੜੇ ਵਾਰੀ ਗੱਲ ਕਰਦੇ ਹਾਂ, ਪੁਰਾਣੀਆਂ ਆਪਣੇ ਪੇਜ ਦੇ ਉੱਤੇ ਉਹ ਕੱਢ ਕੇ ਤਸਵੀਰਾਂ ਵੀ, ਵੀਡੀਓਜ਼ ਵੀ ਪਾਉਂਦੇ ਹੁੰਦੇ ਸੀ। ਜਦੋਂ ਇੱਕ ਆਮ ਸਧਾਰਨ ਜਿਹੜੇ ਸਪੋਕਸ ਪਰਸਨ ਤੋਂ ਲੈ ਕੇ ਸੀਨੀਅਰ ਬਾਦਲ ਸਰਦਾਰ ਬੀਬੀ ਹਰਸਿਮਰਤ ਕੌਰ ਬਾਦਲ, ਸੁਖਬੀਰ ਸਿੰਘ ਬਾਦਲ, ਸਰਦਾਰ ਪ੍ਰਕਾਸ਼ ਸਿੰਘ ਬਾਦਲ, ਇਹਨਾਂ ਦੀਆਂ ਵੀਡੀਓਜ਼ ਪਾਈਆਂ ਜਾਂਦੀਆਂ ਸੀ ਜਿਨ੍ਹਾਂ ਦੇ ਰਾਹੀਂ ਇਹ ਵਕਾਲਤ ਕਰਦੇ ਹੁੰਦੇ ਸੀ ਕਾਲੇ ਕਾਨੂੰਨਾਂ ਦੀ ਕਿ ਇਹ ਕਿਸਾਨ ਪੱਖੀ। ਉਹ ਕਹਿੰਦੇ ਸੀ ਆਹ ਦੇਖੋ ਇਹ ਕਿਸਾਨਾਂ ਨਾਲ ਵਿਤਕਰਾ ਹੁੰਦਾ ਹੈ। ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਤਾ ਤੇ ਉਹਨਾਂ ਦੀ ਥਾਂ ਦੇ ਉੱਤੇ ਚੰਨੀ ਸਾਹਿਬ ਮੁੱਖ ਮੰਤਰੀ ਬਣ ਗਏ ਤੇ ਚੰਨੀ ਸਾਹਿਬ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਫਿਰ ਆਈ ਗੱਲ ਕਿ ਜੀ ਹੁਣ ਸਾਨੂੰ ਕੀ ਕਰਨਾ ਚਾਹੀਦਾ, ਸਾਨੂੰ ਵੀ ਕੁਛ ਨਾ ਕੁਛ ਕਰਨਾ ਚਾਹੀਦਾ ਹੈ। ਤੇ ਚੰਨੀ ਸਾਹਿਬ ਨੇ ਉਸ ਵੇਲੇ ਕੁਛ ਐਲਾਨ ਕਰਨੇ ਸ਼ੁਰੂ ਕਰਤੇ। ਐਲਾਨਾਂ ਤੋਂ ਬਾਅਦ ਨੁਕਤਾਚੀਨੀ ਹੋਣ ਲੱਗੀ। ਆਪੋਜੀਸ਼ਨ ਵਾਲਿਆਂ ਨੇ ਕਹਿ ਦਿੱਤਾ ਜੀ ਇਹ ਤਾਂ ਐਲਾਨਜੀਤ ਸਿੰਘ ਹੈ ਜੀ। ਚੰਨੀ ਸਾਹਿਬ ਨੇ ਪੂਰਾ ਜ਼ੋਰ ਲਾਇਆ, ਉਹਨਾਂ ਨੇ ਨੋਟੀਫਿਕੇਸ਼ਨ ਕੱਢ ਕੇ ਦਿਖਾਏ ਜੀ ਮੈਂ ਆਹ ਵੀ ਨੋਟੀਫਿਕੇਸ਼ਨ ਕੱਢਤਾ। ਉਹ ਕਹਿੰਦੇ ਮੈਂ ਐਲਾਨਜੀਤ ਸਿੰਘ ਨਹੀਂ, ਮੈਂ ਜਿਹੜਾ ਹੈ ਅਮਲ ਕਰਨ ਵਾਲਾ ਮੁੱਖ ਮੰਤਰੀ ਹਾਂ। ਜੇ ਮੈਂ ਫੈਸਲੇ ਕਰਦਾ, ਮੈਂ ਡਿਸੀਜ਼ਨ ਕਰਦਾ, ਆਹ ਫੈਸਲੇ ਕੀਤੇ ਤੇ ਆਹ ਚੱਕੋ ਨੋਟੀਫਿਕੇਸ਼ਨ। ਬਾਰੀ ਬਾਰੀ ਉਹ ਨੋਟੀਫਿਕੇਸ਼ਨ ਦਾ ਜ਼ਿਕਰ ਕਰਦੇ ਸੀ। ਹਾਲਾਂਕਿ ਉਸ ਨੋਟੀਫਿਕੇਸ਼ਨ ਦੇ ਵਿੱਚ 36,000 ਜਿਹੜੇ ਹੈਗੇ ਕੱਚੇ ਕਾਮਿਆਂ ਨੂੰ ਪੱਕੇ ਕਰਨ ਦੀ ਗੱਲ ਵੀ ਕੀਤੀ ਸੀ, ਪਰ ਉਹ ਮਿੱਟੀ ਘੱਟੇ 'ਚ ਪੈ ਗਈ। ਉਹ ਪੈ ਗਈ, ਹੁਣ ਤਾਂ ਗੱਲ ਹੋ ਗਈ ਆਈ, ਪਤਾ ਨਹੀਂ ਉਹ ਕਿੱਧਰ ਨੂੰ ਜਾਊਗਾ। ਪਹਿਲਾਂ ਕਿਹਾ ਸੀ ਚੰਨੀ ਸਾਹਿਬ ਨੇ ਕਿ ਸੋਮਵਾਰ ਨੂੰ ਆਪਣੀ ਕੈਬਨਿਟ ਨੂੰ ਲੈ ਕੇ ਮੈਂ ਰਾਜ ਭਵਨ ਦੇ ਸਾਹਮਣੇ ਧਰਨਾ ਦੇਊਂਗਾ, ਲੇਕਿਨ ਉਹ ਧਰਨੇ ਵਾਲੀ ਗੱਲ ਵੀ ਨਿਕਲ ਗਈ। ਕਿਉਂ ਨਿਕਲ ਗਈ? ਕਿਉਂਕਿ ਨਹੀਂ, ਉਹ ਗਵਰਨਰ ਸਾਹਿਬ ਨੇ ਵੀ ਜਿਹੜੀ ਹੈਗੀ ਹੈ ਮੋੜਮਾ ਜਵਾਬ ਦਿੱਤਾ ਕਿ 11 ਨਵੰਬਰ ਨੂੰ ਤੁਸੀਂ ਜਿਹੜੇ ਹੈਗੇ ਹੈ ਬਿੱਲ ਪਾਸ ਕੀਤੀ ਹੈ ਅਸੈਂਬਲੀ ਚੋਂ। 11 ਨਵੰਬਰ ਤੋਂ ਬਾਅਦ ਉਹ ਭੇਜਣੇ ਚਾਹੀਦੇ ਸੀ ਨਾਲ ਦੀ ਨਾਲ, ਤੇ 11 ਨਵੰਬਰ ਦੀ ਬਜਾਏ ਤੁਸੀਂ ਕਦੋਂ ਭੇਜਦੇ ਹੋ? ਤੁਸੀਂ ਭੇਜਦੇ ਹੋ 30 ਨਵੰਬਰ ਨੂੰ। 20 ਦਿਨਾਂ ਬਾਅਦ 20 ਦਿਨ ਬਾਅਦ ਤੱਕ ਤੁਸੀਂ ਪਾਸ ਕਰਕੇ ਆਪਦੇ ਕੋਲੇ ਰੱਖੀ ਗਏ। ਕੀ ਕਰਦੇ ਸੀ ਉਹ 20 ਦਿਨ? ਟਾਟਾਂ ਲੱਗਦੀਆਂ ਸੀ ਉਹਨੂੰ, ਕੀ ਉਹਨੂੰ ਧੂਪ ਬੱਤੀ ਦਿੰਦੇ ਸੀ? ਜੇ ਨੇਚਰ ਤੁਹਾਡੀ ਨੀਅਤ ਸਾਫ਼ ਹੁੰਦੀ ਤਾਂ ਨਾਲ ਦੀ ਨਾਲ ਭੇਜੇ ਜਾ ਸਕਦੇ ਸੀ। ਆਪਾਂ ਨੂੰ ਪਤਾ ਹੈ ਕਿ ਜਦੋਂ ਉਹ ਆਪਣਾ ਵਾਟਰ ਟਰਮੀਨੇਸ਼ਨ ਐਕਟ ਜਿਹੜੇ ਹੈਗੇ ਅੰਤਰਰਾਜੀ ਰੱਦ ਕੀਤੇ ਹੈ, ਉਦੋਂ ਬਾਦਲ ਸਾਹਿਬ ਨੂੰ ਨਾਲ ਲੈ ਕੇ ਕੈਪਟਨ ਅਮਰਿੰਦਰ ਸਿੰਘ ਨੇ ਜਾ ਕੇ ਦਸਤਖਤ ਕਰਵਾ ਲਏ ਸੀ। ਜੇ ਇਹ ਉਦੋਂ ਹੀ ਚਾਹੁੰਦੇ ਤੇ ਸਾਰਿਆਂ ਨੂੰ ਉਦੋਂ ਆਪੋਜੀਸ਼ਨ ਵਾਲਿਆਂ ਨੂੰ ਨਾਲ ਲੈ ਦਿੰਦੇ, ਲੋ ਜੀ ਅਸੀਂ 36,000 ਨੂੰ ਕਰਨ ਦੇ ਕਰੋ, ਗਵਰਨਰ ਸਾਹਿਬ ਕਰ ਦਿੰਦੇ। ਖੈਰ, ਜਦੋਂ ਮੁੱਖ ਮੰਤਰੀ ਸਾਹਿਬ ਨੇ ਕਿਹਾ ਜੀ ਤਾਂ ਦੇਖੋ ਸਾਡੇ ਨਾਲ ਤਾਂ ਗਵਰਨਰ ਸਾਹਿਬ ਵਿਤਕਰੇਬਾਜ਼ੀ ਕਰਦੇ ਆ BJP ਦੀ ਵਜ੍ਹਾ ਕਾਰਨ, ਤੇ ਗਵਰਨਰ ਸਾਹਿਬ ਨੇ ਕਹਿਤਾ ਨਹੀਂ ਜੀ ਮੈਂ ਤਾਂ ਇਹ ਵੀ ਸਰਕਾਰ ਕੋਲੇ ਭੇਜਤੇ, ਵਾਪਸੀ ਕਰਤੇ। ਉਹਦੇ ਤੇ ਮੈਂ 6 ਨੁਕਤਿਆਂ ਦੇ ਉੱਤੇ ਜਵਾਬ ਮੰਗਿਆ, ਉਹ ਆਪਣਾ ਜਵਾਬ ਦੇਣ। ਤਾਂ ਫਿਰ ਜਿਹੜਾ ਸੋਮਵਾਰ ਨੂੰ ਉਹਨਾਂ ਨੇ ਧਰਨੇ ਤੇ ਬੈਠਣਾ ਸੀ, ਧਰਨੇ ਵਾਲੀ ਹਵਾ ਨਿਕਲ ਗਈ, ਉਹ ਤਾਂ ਫਿਰ ਗੱਲ ਵਿੱਚੇ ਰਹਿ ਗਈ। ਉਹ ਆਪਦੀ ਥਾਂ ਤੇ, ਪਰ ਉਹਨਾਂ ਨੇ ਬਹੁਤ ਸਾਰੇ ਆਪਦੇ ਫੈਸਲੇ ਜਿਹੜੇ ਕੀਤੇ ਸੀ ਉਹ ਦਿਖਾਏ। ਸਿੱਧੂ ਸਾਹਿਬ ਉਦੋਂ ਕੀ ਕਹਿੰਦੇ ਹੁੰਦੇ ਸੀ? ਸਿੱਧੂ ਸਾਹਿਬ ਕਹਿੰਦੇ ਸੀ ਆਹ ਜਿਹੜੀ ਫ੍ਰੀ ਵੀ ਵਾਲੀ ਗੱਲ ਕਰਦੇ ਹੋ ਨਾ, ਜਿਹੜੀ ਤੁਸੀਂ ਖੈਰਾਤ ਦਿੰਦੇ ਹੋ, ਮੁਫਤ ਖੋਰੇ ਨਾ ਲੋਕਾਂ ਨੂੰ ਬਣਾਓ, ਪਹਿਲਾਂ ਪੈਸੇ ਦਾ ਪ੍ਰਬੰਧ ਕਰੋ। ਪੈਸਾ ਕਿੱਥੋਂ ਲੈ ਕੇ ਆਉਂਗੇ ਜੀ? ਜਿੰਨਾ ਤੁਹਾਡਾ ਬਜਟ ਹੈ ਉਸ ਬਜਟ ਦੇ ਮੁਤਾਬਕ ਤੁਸੀਂ ਵਿਆਜ ਦੇਣਾ ਕਰਜ਼ੇ ਦਾ, ਤੁਸੀਂ ਮੁਲਾਜ਼ਮਾਂ ਨੂੰ ਤਨਖਾਹਾਂ ਦੇਣੀਆਂ। ਡਿਵੈਲਪਮੈਂਟ ਦਾ ਵਰਕ ਤੁਹਾਡੇ ਕੋਲ ਹੈ ਨਹੀਂ, ਤੁਸੀਂ ਇੰਨੇ ਬੰਦਿਆਂ ਨੂੰ ਤਨਖਾਹਾਂ ਕਿੱਥੋਂ ਦਿਓਗੇ ਜੀ? ਇਹਦੇ ਵਾਸਤੇ ਪਹਿਲਾਂ ਸਾਧਨ ਪੈਦਾ ਕਰੋ। ਤੇ ਸਾਧਨਾਂ ਦੀ ਗੱਲ ਵੀ ਉਹ ਕਹਿੰਦੇ ਹੁੰਦੇ ਸੀ, ਉਹ ਤੇਲੰਗਾਨਾ ਵਾਲੀ ਇਹ ਮਿਸਾਲ ਦਿੰਦੇ ਹੁੰਦੇ ਸੀ ਕਿ ਮੈਂ ਤੇਲੰਗਾਨਾ 'ਚ ਜਾ ਕੇ ਆਇਆ, ਤੇਲੰਗਾਨਾ ਦੇ ਵਿੱਚ ਜਿਹੜੇ ਹੈਗੇ ਸਾਡੇ ਨਾਲੋਂ ਸਾਧਨ ਘੱਟ ਹੈਗੇ ਰੇਤਾ ਬਜਰੀ ਵਾਲੇ, ਪਰ ਉਹ ਨਿਕਲਦੀ ਆ ਉੱਥੋਂ, ਉਹ ਕਿੰਨਾ ਪੈਸਾ ਕਮਾਉਂਦੇ ਹੈ। ਤਾਮਿਲਨਾਡੂ ਦੀ ਉਹ ਸ਼ਰਾਬ ਦੀ ਗੱਲ ਕਰਦੇ ਹੁੰਦੇ ਸੀ ਕਿ ਉੱਥੋਂ ਆਉਂਦੇ, ਇਹ ਸਾਰੀਆਂ ਗੱਲਾਂ ਕਰਦੇ ਹੁੰਦੇ ਸੀ ਜੀ। ਉਹ ਹਰ ਵਾਰੀ ਆਪਦੀ ਸਰਕਾਰ ਦੇ ਉੱਤੇ ਕਹਿੰਦੇ ਹੁੰਦੇ ਸੀ ਕਿ ਤੁਸੀਂ ਜਿਹੜੇ ਹੈਗੇ ਨਾ ਲਾਲੀਪੋਪ ਨਾ ਦਿਓ ਲੋਕਾਂ ਨੂੰ, ਉਹ ਲਾਲੀਪੋਪ ਦੀ ਗੱਲ ਕਰਦੇ ਹੁੰਦੇ ਸੀ। ਸ਼ਾਇਦ ਮੇਰਾ ਖਿਆਲ ਹੈ ਫਿਰ ਹੁਣ ਕਿਉਂਕਿ ਵੋਟਾਂ ਨੇੜੇ ਆਉਂਦੀਆਂ ਜਾ ਰਹੀਆਂ, ਉਹਨਾਂ ਦੀ ਨੁਕਤਾਚੀਨੀ ਵੀ ਹੋਣ ਲੱਗ ਗਈ ਕਿ ਜੀ ਤਾਂ ਆਪਦੀ ਸਰਕਾਰ ਦੇ ਫੈਸਲਿਆਂ ਨੂੰ ਹੀ ਕ੍ਰਿਟੀਸਾਈਜ਼ ਕਰੀ ਜਾਂਦੇ। ਇੱਕ ਇਹੋ ਜਿਹਾ ਪ੍ਰਧਾਨ ਹੈ ਜਿਹੜਾ ਕੰਮ ਆਪੋਜੀਸ਼ਨ ਨੇ ਕਰਨਾ, ਪ੍ਰਧਾਨ ਆਪਦੀ ਸਰਕਾਰ ਨੂੰ ਘੜੀਸੀ ਫਿਰਦਾ ਹੈ। ਕੱਲ ਜੀ ਫਿਰ ਭਦੌੜ ਹਲਕੇ 'ਚ ਆ ਕੇ ਸਿੱਧੂ ਸਾਹਿਬ ਭਦੌੜ ਹਲਕੇ ਦੇ ਵਿੱਚ ਆ ਕੇ ਉਹਨਾਂ ਨੇ ਐਡਰੈਸ ਕੀਤਾ। ਤੇ ਜਦੋਂ ਉਹਨਾਂ ਨੇ ਐਡਰੈਸ ਕੀਤਾ, ਮੈਨੂੰ ਤਾਂ ਜਦੋਂ ਆ ਰਹੀ ਖਬਰਾਂ ਆ ਰਹੀਆਂ ਸੀ ਦਵਾ ਦਵ ਆਪਣੇ ਅਪਡੇਟ ਆ ਰਹੀ ਸੀ ਵੀ ਆਹ ਹੋ ਗਿਆ ਜੀ, ਆਹ ਨੋਟੀਫਿਕੇਸ਼ਨ ਆ ਰਹੀ ਸੀ, ਇਹ ਸਮਝ ਨਹੀਂ ਪੈ ਰਹੀ ਸੀ ਕਿ ਕੀ ਇਹ ਨਵਜੋਤ ਸਿੰਘ ਸਿੱਧੂ ਬੋਲਦਾ ਕਿ ਕੋਈ ਹੋਰ ਹੀ ਬੋਲਣ ਲੱਗ ਗਿਆ। ਪੰਜਾਬ ਦੇ ਵਿੱਚ ਜੇ ਆਪਾਂ ਦੇਖੀਏ, ਪੰਜਾਬ ਦੇ ਵਿੱਚ ਫ੍ਰੀ ਵੀਜ਼ਾ ਜਿਹੜਾ ਸਿਲਸਿਲਾ ਸ਼ੁਰੂ ਹੋਇਆ, ਇਹ ਕਦੋਂ ਸ਼ੁਰੂ ਹੋਇਆ ਸੀ? ਇਹ ਸ਼ੁਰੂ ਹੋਇਆ ਸੀ 1997 ਵੇਲੇ। ਅੱਛਾ, 1997 ਵੇਲੇ ਕੁਛ ਨਾ ਕੁਛ ਦੇਣਾ ਸ਼ੁਰੂ ਕੀਤਾ ਸੀ। ਵੈਸੇ ਪੰਜਾਬ ਦੇ ਲੋਕਾਂ ਦੀ ਜ਼ਮੀਰ ਖਰੀਦਣ ਦਾ ਸਿਲਸਿਲਾ ਜਿਹੜਾ ਸ਼ੁਰੂ ਹੈ, ਇਹ 1967 'ਚ ਹੋਇਆ ਸੀ ਗਿੱਦੜਬਾਹਾ ਤੋਂ ਜੀ।
ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਮੁਕਾਬਲਾ ਹੋਇਆ ਸੀ ਹਰਚਰਨ ਸਿੰਘ ਬਰਾੜ ਨਾਲ, ਕਿਉਂਕਿ ਮੇਰਾ ਪਿੰਡ ਜਿਹੜਾ ਹੈਗਾ ਗਿੱਦੜਬਾਹਾ ਹਲਕੇ ਦੇ ਬਿਲਕੁਲ ਨਜ਼ਦੀਕ ਪੈਂਦਾ ਹੈ ਜੀ। ਔਰ ਪੁਰਾਣੇ ਬਜ਼ੁਰਗ ਉਦੋਂ ਇਲੈਕਸ਼ਨ ਕੈਂਪੇਨ ਦੇ ਉੱਤੇ ਜਾਂਦੇ ਹੁੰਦੇ ਸੀ ਤੇ ਉਹ ਆ ਕੇ ਕਹਿੰਦੇ ਹੁੰਦੇ ਸੀ ਬਈ ਯਾਰ ਦੋਨਾਂ ਤਰ੍ਹਾਂ ਨੇ ਵੋਟਾਂ ਖਰੀਦੀਆਂ 10 ਰੁਪਏ ਵੋਟ। ਜੀ, ਬਹੁਤ ਵੱਡੀ ਗੱਲ ਸੀ ਉਦੋਂ, ਕਿਉਂਕਿ ਦਿਹਾੜੀ 1.5 ਰੁਪਏ 1.5 ਰੁਪਏ 10 ਰੁਪਏ ਵੋਟਾਂ ਉਦੋਂ ਖਰੀਦੀਆਂ ਸੀ। ਸਿਲਸਿਲਾ ਉਦੋਂ ਸ਼ੁਰੂ ਹੋਇਆ ਸੀ। ਫਿਰ ਜਿਹੜੇ ਹੈਗੇ ਦੱਖਣੀ ਰਾਜਾਂ ਤੋਂ ਥੋੜਾ ਜਿਹਾ ਆਈਡੀਆ ਚੋਰੀ ਕੀਤਾ ਜਾਂ ਆਈਡੀਆ ਲਿਆ ਆਪਾਂ। ਦੱਖਣੀ ਰਾਜਾਂ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਐਨਟੀ ਰਾਮਾ ਰਾਓ ਹੁੰਦਾ ਸੀ ਤਾਮਿਲਨਾਡੂ ਆਪਣਾ ਆਂਧਰਾ ਪ੍ਰਦੇਸ਼ ਦਾ ਮੁੱਖ ਮੰਤਰੀ। ਉਹਨੇ ਇੱਕ ਵਾਰੀ ਇਲੈਕਸ਼ਨ ਦੇ ਵਿੱਚ ਲੋਕਾਂ ਨੂੰ ਜਿਹੜੇ ਹੈਗੇ ਮੁਫਤ ਚੌਲ ਦੇਣ ਦੀ ਗੱਲ ਕੀਤੀ ਸੀ। ਜੀ ਜੀ। ਬੀਬੀ ਜੈ ਲਲਿਤਾ ਹੁੰਦੀ ਸੀ ਤਾਮਿਲਨਾਡੂ ਦੀ ਮੁੱਖ ਮੰਤਰੀ। ਉਹਨਾਂ ਨੇ ਸਾੜੀਆਂ ਦੇਣ ਦੀ ਸਿਲਸਿਲਾ ਕੀਤਾ ਸੀਗਾ। ਉੱਥੋਂ ਉਵੇਂ ਜਿਵੇਂ ਫਿਰ ਬਾਦਲ ਸਾਹਿਬ ਨੇ ਕਹਿਤਾ ਵੀ ਆਪਾਂ ਕੀ ਆਪਣੇ, ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਹੈਗੀ ਹੈ ਗਰੀਬ ਬਸੋਂ ਜੀ, ਉਹ ਬਾਕੀ ਭਾਰਤ ਦੇ ਮੁਕਾਬਲਤਨ ਕਿਤੇ ਵੱਧ ਹੈ। 32-34% ਹੈ ਬਿਲਕੁਲ। ਔਰ 32-34% ਜਿਹੜੀ ਹੈਗੀ ਹੈ ਵੋਟ, ਉਹਦੇ ਵਿੱਚੋਂ ਜ਼ਿਆਦਾ ਹਿੱਸਾ ਕਾਂਗਰਸ ਪਾਰਟੀ ਨੂੰ ਜਾਂਦਾ ਹੁੰਦਾ ਬਿਲਕੁਲ। ਬਾਦਲ ਸਾਹਿਬ ਨੇ ਆਪਣੀ ਡੂੰਘੀ ਨੀਂਹ ਨਾਲ ਸੋਚਿਆ ਕਿ ਆਹ ਵੋਟ ਬੈਂਕ ਕਿਵੇਂ ਤੋੜਿਆ ਜਾਵੇ ਕਾਂਗਰਸ ਨੂੰ। ਉਹਨਾਂ ਨੇ ਫਿਰ ਉਹ 4 ਰੁਪਏ ਆਟਾ ਤੇ 20 ਰੁਪਏ ਕਿਲੋ ਦਾਲ ਵਾਲੀ ਗੱਲ ਸ਼ੁਰੂ ਕਰਤੀ ਸੀ ਜੀ। ਇਹ ਉਦੋਂ ਸ਼ੁਰੂ ਹੋਈ ਸੀ ਤੇ ਉਦੋਂ ਕਰਦਿਆਂ ਕਰਾਉਂਦਿਆਂ ਫਿਰ ਇਸ ਗੱਲ ਤੇ ਨੁਕਤਾਚੀਨੀ ਬਾਦਲ ਦੀ ਸਾਹਿਬ ਦੀ ਬਹੁਤ ਹੋਈ ਜੀ। ਲੋਕ ਵਾਰ-ਵਾਰ ਇਹ ਗੱਲ ਕਹਿੰਦੇ ਸੀ ਕਿ ਤੁਸੀਂ ਲੋਕਾਂ ਨੂੰ ਮੰਗਤੇ ਕਿਉਂ ਬਣਾ ਰਹੇ ਹੋ ਜੀ ਜੀ, ਤੁਸੀਂ ਉਹਨਾਂ ਨੂੰ ਖੈਰ ਕਿਉਂ ਪਾ ਰਹੇ ਹੋ, ਤੁਸੀਂ ਉਹਨਾਂ ਦੇ ਲਈ ਰੁਜ਼ਗਾਰ ਦਾ ਪ੍ਰਬੰਧ ਕਿਉਂ ਨਹੀਂ ਕਰਦੇ। ਜੇ ਰੁਜ਼ਗਾਰ ਦਾ ਪ੍ਰਬੰਧ ਕਰੋ ਤਾਂ ਅਗਲੇ ਆਪਦੀ ਮਿਹਨਤ ਕਰਨ ਤੇ ਮਿਹਨਤ ਦੇ ਨਾਲੋਂ ਕਰਨ, ਉਹਨਾਂ ਨੂੰ ਤੁਸੀਂ ਕਿਉਂ ਮੁਫਤਖੋਰੀ ਬਣਾਈ ਜਾਂਦੇ ਜੀ ਜੀ। ਉਹ ਬਿਲਕੁਲ ਘਸਿਆਰੇ ਬਣ ਜਾਣਗੇ, ਗੱਲ ਠੀਕ ਨਹੀਂ। ਇਹ ਗੱਲ ਸਿੱਧੂ ਸਾਹਿਬ ਕਹਿੰਦੇ ਸੀ। ਕੱਲ ਫਿਰ ਸਿੱਧੂ ਸਾਹਿਬ ਨੇ ਜਦੋਂ ਉੱਥੇ ਗੱਲਾਂ ਕੀਤੀਆਂ, ਹੁਣ ਦਾਨੇਵਾਲ ਸਾਹਿਬ ਤੁਸੀਂ ਆਪ ਦੇਖੋ, ਉਹ ਕਹਿੰਦੇ ਸਿੱਧੂ ਸਾਹਿਬ ਉੱਥੇ ਕੀ ਕਹਿੰਦੇ, ਉਹ ਕਹਿੰਦੇ ਜੀ ਲਓ ਕੇਜਰੀਵਾਲ ਨੇ ਇੱਕ ਗੱਲ ਕਹੀ ਸੀ ਕਿ ਅਸੀਂ ਹਜ਼ਾਰ ਰੁਪਇਆ ਮਤਲਬ 18 ਸਾਲ ਤੋਂ ਉੱਪਰ ਵਾਲੀਆਂ ਜਿਹੜੀਆਂ ਬੀਬੀਆਂ ਉਹਨਾਂ ਦੇ ਖਾਤੇ 'ਚ ਪਾਵਾਂਗੇ ਜਿਨ੍ਹਾਂ ਦੇ ਜਿਵੇਂ ਰਸੋਈ ਦਾ ਕੰਮ ਹੈ, ਕਿਉਂਕਿ ਨਿੱਕੀ ਮੋਟੀ ਚੀਜ਼ ਲਿਆਉਣੀ ਹੈ, ਨਮਕ ਤੇਲ ਤੇ ਵਗੈਰਾ ਲਿਆਉਣੇ, 1000 ਰੁਪਏ ਦੇਵਾਂਗੇ। ਤੇ ਉਦੋਂ ਸਿੱਧੂ ਸਾਹਿਬ ਨੇ ਕਿਹਾ ਸੀ ਮੇਰੀ ਘਰ ਵਾਲੀ ਨੂੰ 1000 ਦੇ ਤਾਂ ਚਲਾ ਕੇ ਮਾਰਾਂਗੇ। ਨਾਲ ਉਹਨੇ ਕਿਹਾ ਵੀ ਤੁਸੀਂ ਯਾਰ ਮੰਗਤੇ ਬਣਾਉਣੇ ਹੋ ਸਾਡੀਆਂ ਔਰਤਾਂ ਨੂੰ, ਸਾਡੀਆਂ ਜਨਾਨੀਆਂ ਨੂੰ ਮੰਗਤੇ ਬਣਾਉਣੇ ਹੋ। ਜਨਾਨੀਆਂ ਤੱਕ ਸ਼ਬਦ ਉਹਨਾਂ ਨੇ ਕਹਿਤਾ ਸੀ। ਹਾਲਾਂਕਿ ਜਨਾਨੀ ਨੂੰ ਜੇ ਆਪਾਂ ਦੇਖੀਏ ਆਪਣੇ ਬੀਬੀ ਭੈਣ ਮਾਤਾ ਇਹ ਗੱਲ ਕਹੀ ਬੀਬੀ ਕਹਿੰਦੇ ਵੈਸੇ, ਹਾਂ ਚਲੋ ਇਲਾਕੇ ਦੇ ਹਿਸਾਬ ਨਾਲ ਕਹਿ ਦਿੰਦੇ ਜਨਾਨਾ, ਆਪਾਂ ਲਿਖਿਆ ਹੁੰਦਾ ਵੀ ਮਰਦਾਨਾ ਪਾਖਾਨਾ ਜਨਾਨਾ ਪਾਖਾਨਾ, ਇਲਾਕੇ ਇਹ ਵੀ ਗੱਲ ਕਰ। ਉਹਨਾਂ ਨੇ ਜਦੋਂ ਇਹ ਗੱਲ ਕਹੀ ਜੀ ਨਹੀਂ ਜੀ ਇਹ ਗੱਲ ਠੀਕ ਨਹੀਂ। ਹੁਣ ਉਹਨਾਂ ਨੇ ਤਾਂ 1000 ਰੁਪਏ ਦੀ ਗੱਲ ਕਹੀ ਸੀ, ਸੁਖਵੀਰ ਸਿੰਘ ਬਾਦਲ ਨੇ ਕਹਿਤਾ ਸੀ 2000 ਤੇ ਇਹਨਾਂ ਨੇ ਉਦੋਂ ਵੀ ਗਾਂ ਟੱਪ ਗਏ। ਇਹਨਾਂ ਨੇ ਪੌਣਾ ਸਿਲੰਡਰ ਮਹੀਨੇ ਦਾ ਨਾਲ ਲਾਤਾ, ਨਾਲ ਇਹਨਾਂ ਨੇ ਕਹਿੰਦੇ ਸਾਲ ਦੇ ਵਿੱਚ 8 ਸਿਲੰਡਰ, ਉਹ ਪੌਣਾ ਸਿਲੰਡਰ ਤੇ 2000 ਰੁਪਇਆ ਮਹੀਨਾ ਦੇਵਾਂਗੇ ਜੀ ਅਸੀਂ ਬੀਬੀਆਂ ਨੂੰ। ਤੇ ਜਿਹੜੀ ਬੱਚੀ ਨੇ ਕਰ ਲਈ 5ਵੀਂ ਪਾਸ, ਉਹਨੂੰ ਦੇਵਾਂਗੇ 5000 ਰੁਪਇਆ। ਅੱਛਾ ਜੀ। ਜਿਹੜੀ ਕੁੜੀ ਨੇ 10ਵੀਂ ਪਾਸ ਕਰ ਲਈ ਉਹਨੂੰ ਦੇਵਾਂਗੇ ਜੀ 15000। ਤੇ ਜਿਹੜੀ ਕੁੜੀ ਨੇ 12ਵੀਂ ਪਾਸ ਕਰ ਲਈ ਉਹਨੂੰ 20000। ਕਾਲਜ ਜਾਣ ਵਾਸਤੇ ਸਕੂਟੀ ਵੀ ਦੇਵਾਂਗੇ। ਹੁਣ ਆ ਸਕੂਟੀ ਵਾਲੀ ਗੱਲ ਜਿਹੜੀ ਹੈਗੀ ਹੈ, ਇਹ ਮੇਰਾ ਖਿਆਲ ਹੈ ਵੀ ਜਿਹੜੀ ਸ਼ੁਰੂਆਤ ਹੋਈ ਹੈ ਯੂਪੀ ਚੋਂ, ਕਿਉਂਕਿ ਉੱਥੇ ਪ੍ਰਿੰਕਾ ਗਾਂਧੀ ਨੇ ਕਹਿਤਾ ਸੀ ਯੂਪੀ ਚੋਂ ਨਹੀਂ। ਮੈਂ ਤੁਹਾਨੂੰ ਇੱਕ ਚੀਜ਼ ਸੁਣਾਉਂ, ਇਲੈਕਟ੍ਰੋਨਿਕ ਸਕੂਟੀ ਉਹਨੇ ਵੀ ਕਿਹਾ ਨਾ। ਨਹੀਂ ਇੱਥੇ ਸੁਣੋ, ਆਹ ਦੇਖੋ, ਜਿਹੜੀ ਕੁੜੀ ਪੜ੍ਹ ਜੂਗੀ ਉਹਦੇ ਵਾਸਤੇ ਸਕੂਟਰੀ ਵੀ ਅਸੀਂ ਲਿਆ ਕੇ ਦੇਵਾਂਗੇ 12ਵੀਂ ਤੋਂ ਬਾਅਦ। ਮੁੰਡੇ ਨੂੰ ਮੋਟਰਸਾਈਕਲ ਦੇਵਾਂਗੇ ਅਸੀਂ, ਉਹਨੂੰ ਉਹ ਵਾਹਨ ਦੇਵਾਂਗੇ 12ਵੀਂ ਜਦੋਂ ਕਰੂ ਕਾਲਜ ਦੇ ਵਿੱਚ ਜਾਣ ਲਈ ਦਾਖਲਾ ਦਊ, ਉਹ ਦਾਖਲੇ ਦੀ ਪਰਚੀ ਦੇ ਨਾਲ ਹੀ ਅਸੀਂ ਬਗੈਰ ਜਿਹੜੀ ਪੈਟਰੋਲ ਨਾ ਮਾਤਰ ਖਾਂਦੀ ਆ ਉਹ ਸਕੂਟੀ ਲੈ ਕੇ ਦੇਵਾਂਗੇ। 2017 ਚ ਕਿਹਾ ਸੀਗਾ ਜੀ ਰਾਜੇ ਵੜਿੰਗ ਨੇ ਆਏ ਕਰਕੇ, ਠੀਕ ਹੈ ਮੁੰਡੇ ਤਰਾਗੀਆਂ ਦੇਾਂਗੇ ਤੇ ਜਨ ਲਈ ਕਹਿੰਦਾ ਨੂਵਾ ਵੀ ਦਿਆ ਕਰਾਂਗੇ। ਹੁਣ 21 ਜੇ ਕਰਤਾ, 21 ਜੇ ਕਹਿੰਦੇ ਤੇਲ ਨਹੀਂ ਨਾ ਖਾਊਗੀ। ਹਾਂ ਤੇਲ ਨਹੀਂ ਖਾਊਗੀ, ਇਹ ਇਲੈਕਟ੍ਰੋਨ ਖਾਊਗੀ ਜਾਂ ਉਹਦੇ ਵਾਲੀ ਆਊਗੀ ਸੂਰਜ ਨਾਲ ਚੱਲਣਾ। ਠੀਕ ਹੈ ਜੀ। ਅਗਾਂਹ ਵੀ ਕਹਿਤਾ ਨਾ, ਨਾਲ ਅਗਲੇ ਵੀ ਕਹਿਤਾ ਵੀ ਜੇ ਕਿਸੇ ਬੰਦੇ ਨੇ ਆਪਣਾ ਕਾਰੋਬਾਰ ਸਟਾਰਟ ਕਰਨਾ ਉਹਨੂੰ 2 ਲੱਖ ਰੁਪਇਆ ਅਸੀਂ ਬਗੈਰ ਵਿਆਜ ਤੋਂ ਦੇਵਾਂਗੇ। ਅੱਛਾ, ਉਹ ਵੀ ਦੇ ਦਾਂਗੇ, ਉਹ ਵੀ ਦੇ ਦੇਗਾ। ਹੁਣ ਤੁਸੀਂ ਦੱਸੋ ਤਨਖਾਹ ਦੇਣ ਵਾਸਤੇ ਤੁਹਾਡੇ ਕੋਲ ਪੈਸੇ ਹੈ ਨਹੀਂ। ਔਰ ਇਹ ਸਵਾਲ ਤੁਸੀਂ ਆਪ ਹੀ ਉਠਾਉਂਦੇ ਰਹੇ ਹੋ, ਆਪਦੀ ਸਰਕਾਰ ਦੇ ਤੇ ਦੇਵੋਗੇ ਕਿੱਥੇ। ਤੇ ਬੱਲੇ ਬੱਲੇ ਕਰਵਾਤੀ ਜੀ, ਤੇ ਪੋਲਿਟਿਕਸ ਵੀ ਸ਼ੁਰੂ ਹੋ ਗਈ। ਫਿਰ ਕਿਸੇ ਨੇ ਉੱਥੇ ਇਹ ਵੀ ਗੱਲ ਕਹਿਤੀ, ਕਹਿੰਦੇ ਤੁਸੀਂ ਪੁੱਛੋਗੇ ਵੀ ਪੈਸਾ ਕਿੱਥੇ ਆਊਗਾ ਇਹਦੇ ਵਾਸਤੇ, ਕਹਿੰਦੇ ਜੀ ਸ਼ਰਾਬ ਤੋਂ ਕਮਾਈ ਕਰਾਂਗੇ। ਇਹਦੇ ਤੇ ਫਾਨਾ ਕੱਟਤਾ ਜਾਖੜ ਸਾਹਿਬ ਨੇ। ਜਾਖੜ ਸਾਹਿਬ ਕਹਿੰਦੇ ਵੀ ਜੇ ਚਿੱਟਾ ਜ਼ਹਿਰ ਹੈ ਤਾਂ ਸ਼ਰਾਬ ਕਿਹੜਾ, ਜਾਂ ਚਿੱਟਾ ਕਹਿਰ ਹੈ ਤੇ ਸ਼ਰਾਬ ਕਿਹੜਾ ਅਮਰਤ ਹੈ, ਇਹ ਵੀ ਤਾਂ ਨਸ਼ਾ ਹੀ ਹੈ। ਬਿਲਕੁਲ। ਤੇ ਤੁਸੀਂ ਲੋਕਾਂ ਨੂੰ ਨਸ਼ੇ ਤੇ ਲਾ ਕੇ ਕਹਿੰਦੇ ਵੀ ਫਿਰ ਇਹ ਕੁਛ ਲੈ ਕੇ ਦਿਓਗੇ। ਪਰ ਫਿਰ ਵੀ ਮੈਂ ਇੱਕ ਗੱਲ ਤਾਂ ਚੰਗੀ ਸਮਝਦਾ, ਬਾਦਲ ਸਾਹਿਬ ਦੇ ਨਾਲੋਂ ਇੱਕ ਬੁਨਿਆਦੀ ਫਰਕ ਹੈ ਸਿੱਧੂ ਸਾਹਿਬ ਦਾ, ਕਿ ਬਾਦਲ ਸਾਹਿਬ ਨੇ ਕਹਿੰਦੇ ਘਰੇ ਬਹਿ ਜਾਓ ਤੁਹਾਨੂੰ ਰਾਸ਼ਨ ਦੇ ਦੇਣਗੇ ਖਾਣ ਨੂੰ ਤੇ ਖਾਈ ਚਲੋ। ਘੱਟੋ ਘੱਟ ਜੇ ਕਹਿੰਦੇ ਕੁਛ ਮੁਫਤ ਦੇਵਾਂਗੇ ਵਿਦਿਆ ਵਾਸਤੇ, ਇਹ ਗੱਲ ਸਹੀ। ਇਹ ਗੱਲ ਮੈਂ ਇੱਥੇ ਐਪਰੀਸ਼ੀਏਟ ਕਰਦਾ ਨਵਜੋਤ ਸਿੰਘ ਸਿੱਧੂ ਨੂੰ। ਔਰ ਵਿਦਿਆ ਵੀ ਕਿਹਦੀ, ਧੀਆਂ ਭੈਣਾਂ ਦੀ, ਜਿਹੜੀ ਕੁੜੀਆਂ ਦੀ ਵਿਦਿਆ ਵਾਸਤੇ। ਜੇ ਕੁੜੀਆਂ ਦੀ ਵਿਦਿਆ ਵਾਸਤੇ ਕਰਜ਼ਾ ਵੀ ਚੱਕਣਾ ਪਵੇ ਤਾਂ ਮੈਂ ਕਹਿੰਦਾ ਜ਼ਰੂਰ ਚੱਕਣਾ ਚਾਹੀਦਾ। ਬਿਲਕੁਲ ਜੀ, ਬਿਲਕੁਲ।
ਇਸ ਕਰਕੇ ਕੁੜੀਆਂ ਨੂੰ ਵਿੱਦਿਆ ਦੇਣਾ ਜਿਹੜਾ ਹੈਗਾ ਸਮਾਜ, ਜੇ ਮਾਂ ਪੜ੍ਹੀ ਹੈ, ਜੇ ਮਾਂ ਪੜ੍ਹੀ ਹੈ ਤਾਂ ਪਰਿਵਾਰ ਖੁਸ਼ਹਾਲ ਹੈ। ਬਿਲਕੁਲ, ਇੱਕ ਅਗਲਾ ਕਹਿੰਦੇ ਪੜ੍ਹੀ ਲਿਖੀ ਨੂੰਹ ਘਰੇ ਆ ਗਈ ਤੇ ਸਾਰਾ ਟੱਬਰ ਪੜ ਜਾਂਦਾ ਸੀ। ਬਿਲਕੁਲ ਬਿਲਕੁਲ, ਉਹ ਜਿਹੜੀ ਨੂੰਹ ਆਊਗੀ, ਨੂੰਹ ਨਹੀਂ ਮਾਂ ਵੀ ਬਣਨਾਗਾ। ਅੱਜ ਉਹ ਧੀ ਹੈ, ਕੱਲ ਨੂੰਹ ਬਣਨਾ, ਫਿਰ ਉਹਨੇ ਮਾਂ ਬਣਨਾ, ਫਿਰ ਉਹਨੇ ਸੱਸ ਵੀ ਬਣਨਾ। ਬਿਲਕੁਲ ਬਿਲਕੁਲ, ਉਹਨੇ ਕਿੰਨੀ ਮਤਲਬ ਇੱਕ ਔਰਤ ਕਿੰਨੀਆਂ ਪਰਤਾਂ, ਕਿੰਨੀਆਂ ਭੂਮਿਕਾ ਵਿੱਚ ਉਹ ਲੱਗਦੀ ਹੈ। ਬਿਲਕੁਲ ਜੀ। ਤੇ ਦੁੱਲੋ ਸਾਹਿਬ ਨੇ ਫਿਰ ਹੁਣ ਚੰਨੀ ਦੇ ਦੁਆਲੇ ਹੋ ਗਏ ਜੀ, ਡਾਂਗ ਚੱਕ ਕੇ। ਗੱਲ ਇਹ ਵੀ ਹੁਣ ਵਿਹਲੇ ਹੈ ਜੀ। ਪਹਿਲਾਂ ਦੁੱਲੋ ਸਾਹਿਬ ਤੇ ਬਾਜਵਾ ਸਾਹਿਬ ਦੋਨੇ ਹੁੰਦੇ ਸੀ ਇਕੱਠੇ ਜੀ, ਰਾਜ ਸਭਾ ਦੇ ਮੈਂਬਰ ਹੈ। ਹਾਂ, ਤੇ ਦੋਨੇ ਜਣੇ ਮਤਲਬ ਇਹ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਪਏ ਹੁੰਦੇ ਸੀ ਜੀ, ਇਹ ਨਹੀਂ ਕਰਦਾ ਤੇ ਇਹ ਨਹੀਂ ਕਰਦਾ, ਇਹ ਬਹੁਤ ਉਹਨਾਂ ਨੇ ਮਤਲਬ ਉਹਦੇ ਤੇ ਕੀਤਾ। ਹੁਣ ਕਿਉਂਕਿ ਬਾਜਵਾ ਸਾਹਿਬ ਦੀ ਤਾਂ ਜਿਹੜੀ ਹੈਗੀ ਹੈ ਉਹ ਹੋ ਗਈ ਹੈ, ਥੋੜੀ ਜੀ ਸਥਾਪਤੀ ਹੋ ਗਈ ਹੈ। ਉਹਨਾਂ ਨੂੰ ਤਾਂ ਬਣਾ ਦਿੱਤਾ ਹੈ ਮੈਨੀਫੈਸਟੋ ਕਮੇਟੀ ਦਾ ਚੇਅਰਮੈਨ, ਤੇ ਉਹਨਾਂ ਨੇ ਇਹ ਵੀ ਐਲਾਨ ਕਰਤਾ ਮੈਂ ਕਾਦੀਆਂ ਤੋਂ ਚੋਣ ਲੜੂੰਗਾ, ਕਾਦੀਆਂ ਤੋਂ ਟਿਕਟ ਮਿਲੂਗੀ ਕਿਉਂਕਿ ਮੈਨੀਫੈਸਟੋ ਕਮੇਟੀ ਦਾ ਚੇਅਰਮੈਨ ਹੈ। ਕੱਲ ਨੂੰ ਜੇ ਮੁੱਖ ਮੰਤਰੀ ਨਾ ਬਣੇ ਤਾਂ ਘੱਟੋ ਘੱਟ 2 ਨੰਬਰ ਦੇ 3 ਨੰਬਰ ਦੇ ਵਜ਼ੀਰ ਤਾਂ ਬਣਨਗੇ ਜੇ ਕਾਂਗਰਸ ਪਾਰਟੀ ਦੀ ਸਰਕਾਰ ਬਣਦੀ ਹੈ। ਤੇ ਦੁੱਲੋ ਸਾਹਿਬ ਘਰੇ ਬੈਠੇ ਸੀ। ਇਹਨਾਂ ਦਿਨਾਂ ਦੇ ਵਿੱਚ ਤੁਹਾਨੂੰ ਪਤਾ ਵੀ ਸਰਦਾਰ ਨਵਜੋਤ ਸਿੰਘ ਸਿੱਧੂ ਦੀ ਸਥਿਤੀ ਵੀ ਕੋਈ ਬਹੁਤੀ ਠੀਕ ਨਹੀਂ, ਭਾਵੇਂ ਹਾਈ ਕਮਾਂਡ ਦੇ ਵਿੱਚ ਉਹਨਾਂ ਨੂੰ ਇਸ਼ਾਰਾ ਹੈਗਾ ਕਿ ਤੁਹਾਨੂੰ ਹੀ ਬਣਾਵਾਂਗੇ ਜੀ, ਲੇਕਿਨ ਪੰਜਾਬ ਦੇ ਵਿੱਚ ਜਦੋਂ ਆਪਾਂ ਦੇਖੀਏ ਤੇ ਪੰਜਾਬ ਦੇ ਵਿੱਚ ਉਹਨਾਂ ਦੀ ਮੁਖਾਲਫਤ ਕਾਫੀ ਹੋਣ ਲੱਗ ਗਈ। ਆਹ ਜਿਹੜਾ ਉਹਨਾਂ ਨੇ ਦਿੱਤਾ ਕੱਲ ਬਿਆਨ ਦਿੱਤਾ ਬੀਬੀਆਂ ਵਾਲਾ ਜੀ, ਇਹਦੇ ਤੇ ਗੁਰਜੀਤ ਸਿੰਘ ਰਾਣਾ ਫਿਰ ਬੁੜਕ ਪਿਆ। ਉਹ ਕਹਿੰਦਾ ਵੀ ਇਹ ਨਵਜੋਤ ਸਿੰਘ ਸਿੱਧੂ ਕੌਣ ਹੈ, ਬਗੈਰ ਕਿਸੇ ਗੱਲ ਤੋਂ ਮੈਨੀਫੈਸਟੋ ਜਾਰੀ ਕਰੀ ਜਾਂਦਾ। ਇਹਨੂੰ ਮੈਨੀਫੈਸਟੋ ਕਮੇਟੀ ਦੇ ਚੇਅਰਪਰਸਨ ਨੂੰ ਤਾਂ ਪੁੱਛ ਲੈਂਦਾ ਹਾਂਜੀ ਵੀ ਤੁਸੀਂ ਮੈਨੀਫੈਸਟੋ ਬਣਾਉਣਾ ਜੀ, ਤੁਸੀਂ ਕੀ ਕਰੀ ਜਾਂਦੇ ਹੋ? ਕਹਿੰਦੇ ਆਪਦੀ ਮਰਜ਼ੀ ਕਰਦਾ। ਇਹ ਉਹਨਾਂ ਨੇ ਕਹਿਤਾ। ਉਹ ਤੋਂ ਪਹਿਲਾਂ ਤੁਸੀਂ ਦੇਖਿਆ ਹੋਣਾ ਹੈ ਜ਼ੁਬਾਨ ਕੰਟਰੋਲ 'ਚ ਰੱਖੋ ਜੀ, ਉਹਨੇ ਭਾਰਤ ਭੂਸ਼ਣ ਆਸ਼ੂ ਨੇ ਕਹਿਤਾ ਸੀ। ਤੇ ਅੱਜ ਕੱਲ੍ਹ ਦੁਖੀ ਬਹੁਤ ਹੈਗੇ ਆਪਣਾ ਨਾ ਜੀ ਰੰਧਾਵਾ ਸਾਹਿਬ, ਡਿਪਟੀ ਮੁੱਖ ਮੰਤਰੀ ਸਾਹਿਬ, ਉਹ ਵੀ ਚੱਕੀ ਖੜੇ ਸੀ। ਉਹ ਕਹਿੰਦਾ ਯਾਰ ਵੀ ਮੇਰੇ ਮਗਰ ਇਹ ਡਾਂਗ ਲੈ ਕੇ ਐਵੇਂ ਪਿਆ ਫਿਰਦਾ, ਮੈਂ ਤਾਂ ਇਹਨੂੰ ਮੁੱਖ ਆਪਣਾ ਬਣਾਉਂਦਾ ਸੀਗਾ, ਪ੍ਰਧਾਨ ਬਣਾਉਣ ਦੇ ਵਿੱਚ ਪੂਰਾ ਯੋਗਦਾਨ ਪਾਇਆ, ਮੈਂ ਤਾਂ MLA ਦੇ ਘਰ ਲੈ ਕੇ ਗਿਆ ਜੀ, ਜਾ ਕੇ ਘਰ MLA ਨੂੰ ਲੈ ਕੇ, ਤੇ ਮੇਰੇ ਖਿਲਾਫ ਹੋਇਆ ਫਿਰਦਾ, ਜੇ ਮੈਨੂੰ ਹਾਈ ਕਮਾਂਡ ਕਹੂਗੀ ਤਾਂ ਮੈਂ ਅਸਤੀਫਾ ਵੀ ਦੇ ਦੇਣਾ। ਕਿਹਾ ਲਓ ਜੀ ਕਰਤੀ ਹੈ, ਸੀਟ ਬੇਲੀ ਕਰਤੀ। ਕਹਿੰਦੇ ਵੀ ਮੈਂ ਪੂਰੀ ਮਿਹਨਤ ਕੀਤੀ ਹੈ, ਅਸੀਂ ਮਜੀਠੀਆ ਨੂੰ ਫੜਨ ਨੂੰ ਫਿਰਦੇ ਹਾਂ, ਪੰਜਾਬ ਦੇ ਵਿੱਚ ਮਜੀਠੀਆ ਹੈ ਨਹੀਂ ਤੇ ਸਾਡੇ ਮਗਰ ਐਵੇਂ ਜੀ। ਉਹਨਾਂ ਦੀ ਜਿਹੜੀ ਹੈਗੀ ਹੈ ਇਸ ਵੇਲੇ ਥੋੜੀ ਜਿਹੀ ਵਿਰੋਧਤਾ ਹੋ ਰਹੀ ਹੈ ਜੀ। ਸੋ ਇਸ ਵਿਰੋਧਤਾ ਦੇ ਚਲਦਿਆਂ ਫਿਰ ਨਵਜੋਤ ਸਿੰਘ ਸਿੱਧੂ ਹੁਣੀ ਪਹੁੰਚ ਗਏ ਜੀ ਦੁੱਲੋ ਸਾਹਿਬ ਦੇ ਘਰੇ। ਅੱਛਾ ਜੀ। ਪਿਛਲੇ ਦਿਨਾਂ 'ਚ ਦੁੱਲੋ ਸਾਹਿਬ ਨਾਲ ਚਾਹ ਪਾਣੀ ਪੀ ਆਏ ਹੈ। ਕਹਿਤਾ ਬਜ਼ੁਰਗੋ ਤੁਸੀਂ ਤਾਂ ਬਹੁਤ ਵਧੀਆ ਬੰਦੇ ਹੋ, ਕਹੀ ਹੋਣੀ ਇਹੋ ਜਿਹੀ ਗੱਲ। ਤੇ ਜਦੋਂ ਬਾਕੀ ਸਾਰੇ ਚੁੱਪ ਕਰਕੇ ਥੋੜੀ ਜਿਹੀ ਲੜਾਈ ਠੰਡੀ ਪੈ ਗਈ ਸੀ, ਕਿਉਂਕਿ ਕੰਪੇਨ ਕਮੇਟੀ ਦੀ ਮੀਟਿੰਗ ਵੀ ਹੋਈ ਹੈ। ਹਾਂਜੀ ਹਾਂਜੀ। ਕੰਪੇਨ ਕਮੇਟੀ ਦੀ ਮੀਟਿੰਗ ਦੇ ਵਿੱਚ ਕਹਿੰਦੇ ਜੀ ਬਹੁਤ ਵਧੀਆ ਰਿਲੇਸ਼ਨ ਰਹੇ, ਜੋ ਚੰਨੀ ਸਾਹਿਬ ਕਹਿੰਦੇ ਰਹੇ ਹਾਂਜੀ ਠੀਕ ਹੈ, ਜੋ ਆਪਣੇ ਜਾਖੜ ਸਾਹਿਬ ਕਹਿੰਦੇ ਰਹੇ, ਸਿੱਧੂ ਸਾਹਿਬ ਕਹਿੰਦੇ ਰਹੇ ਠੀਕ ਹੈ, ਉਹ ਸਾਰਾ ਕੁਝ ਠੀਕ ਕਰਦੇ ਤੇ ਉੱਥੇ ਤਾਂ ਠੀਕ ਲੱਗਦਾ ਸੀ। ਪਰ ਉਹ ਜਿਹੜੇ ਦੁੱਲੋ ਸਾਹਿਬ ਕੋਲ ਜਾਏ ਤੇ ਦੁੱਲੋ ਸਾਹਿਬ ਨੇ ਕੱਢ ਲਿਆ ਕੱਛ ਚੋਂ ਮੂੰਗਲਾ। ਉਹਦੇ ਯਾਰ ਸਰਕਾਰ ਨੇ ਕੀਤਾ ਕੀ ਹੈ? ਕੋਰੋਨਾ ਦੇ ਸਮੇਂ ਦੇ ਵਿੱਚ ਕਹਿੰਦੇ ਕੀ ਨਹੀਂ ਹੋਇਆ ਪੰਜਾਬ 'ਚ? ਕੋਰੋਨਾ ਦੇ ਸਮੇਂ ਦੇ ਵਿੱਚ ਕਹਿੰਦੇ ਬਹੁਤ ਸਾਰੀਆਂ ਜਿਹੜੀਆਂ ਹੈਗੀਆਂ ਜਾਲੀ ਫੈਕਟਰੀਆਂ ਲੱਗ ਗਈਆਂ ਸ਼ਰਾਬ ਦੀਆਂ ਜੀ, ਤੇ ਉਹ ਨਾਲ ਕੀ ਕਹਿੰਦੇ ਆ ਜੀ ਕਿੰਨੀਆਂ ਫੈਕਟਰੀਆਂ ਫੜੀਆਂ ਗਈਆਂ? ਕਹਿੰਦੇ 12 ਫੈਕਟਰੀਆਂ ਫੜੀਆਂ ਗਈਆਂ ਸੀ ਨਕਲੀ ਸ਼ਰਾਬ ਦੀਆਂ, ਤੇ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਬੰਦੇ ਮਰ ਗਏ ਜੀ। ਉਹਦੇ ਸੰਬੰਧ ਵਿੱਚ ਕਹਿੰਦੇ ਵੀ ਤੁਸੀਂ ਕੀ ਕੀਤਾ? ਕੁਛ ਵੀ ਨਹੀਂ। ਸਿੱਧੂ ਸਾਹਿਬ ਦੀ ਤਾਂ ਕਹਿੰਦੇ ਸੁਣਵਾਈ ਨਹੀਂ ਹੁੰਦੀ ਸਾਡੀ ਸਰਕਾਰ ਦੇ ਵਿੱਚ। ਅੱਛਾ। ਤੇ ਨਾਲ ਅਗਲੀ ਗੱਲ ਕਹਿੰਦੇ ਕਿ ਮਾਫੀਆ ਰਾਜ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ 'ਚ ਵੀ ਚੱਲਦਾ ਸੀ, ਬਾਦਲਾਂ ਦੀ 'ਚ ਵੀ ਚੱਲਦਾ ਸੀ, ਤੇ ਸਾਡੇ ਵਾਲੀ ਕਹਿੰਦਾ ਹੁਣ ਚੰਨੀ ਸਰਕਾਰ 'ਚ ਵੀ ਮਾਫੀਆ ਚੱਲੀ ਜਾਂਦਾ। ਤਾਂ ਫਿਰ ਪਰੰਪਰਾਵਾਦੀ ਚੱਲੀ ਗਿਆ ਕੰਮ। ਪਰੰਪਰਾ ਤਾਂ ਉਹ ਹੈ ਹੀ ਹੈ। ਆਪਾਂ ਤਾਂ ਸ਼ੁਰੂ 'ਚ ਕਹਿੰਦੇ ਸੀ ਕਿ ਜਿਹਨੇ ਮਰਜ਼ੀ ਆ ਬਦਲ ਦਿਓ, ਟੂਟੀਆਂ ਬਦਲਦੇ ਨਾਲ ਨਹੀਂ ਪਾਣੀ ਜਿਹੜਾ ਹੈਗਾ ਉਹ ਫਿਲਟਰ ਹੁੰਦਾ। ਉਹ ਤਾਂ ਤੁਹਾਨੂੰ ਜਿਹੜਾ ਹੈਗਾ ਪਾਣੀ ਜਿਹੜਾ ਜੇ ਤੁਸੀਂ ਉਹਦਾ ਆਪਰੇਸ਼ਨ ਕਰੋਗੇ, ਟੈਂਕ ਦੇ ਵਿੱਚ ਕਰੋਗੇ, ਫਿਰ ਉੱਥੇ ਸਫਾਈ ਹੋਊਗੀ, ਸਾਫ਼ ਪਾਣੀ ਪਾਓਗੇ ਤਾਂ ਹੀ ਟੂਟੀਆਂ ਵਿੱਚ ਨਿਕਲੂਗਾ। ਉਹ ਕਹਿੰਦੇ ਜੀ ਇਹ ਤਾਂ ਸਾਰਾ ਕੁਝ ਤੁਹਾਡਾ ਹੋ ਹੀ ਜਾਂਦਾ ਹੈ। ਮੈਂ ਨਹੀਂ ਜੀ ਕਹਿੰਦੇ ਇਹਦੇ ਨਾਲ ਸਹਿਮਤ। ਇਹ ਤਾਂ ਕਹਿੰਦੇ ਵੀ ਜੇ ਆਹੀ ਹਾਲਤ ਰਹੀ ਤਾਂ ਸਾਡੀ ਸਰਕਾਰ ਦੀ ਹਾਲਤ ਬੜੀ ਮਾੜੀ ਹੋ ਜਾਣੀ ਹੈ ਜੀ। ਫਿਰ ਅਗਲੀ ਗੱਲ ਕਹਿੰਦੇ ਜੀ ਜਿਹੜੇ ਵਿਧਾਇਕ ਹੈ, ਵਿਧਾਇਕ ਕਹਿੰਦੇ ਜਿਹੜੇ ਹੈਗੇ ਆ ਜੀ ਉਹ ਤਾਂ ਮਾਫੀਆ ਦੇ ਨਾਲ ਲੱਗੇ ਵੀ। ਅੱਛਾ ਜੀ। ਤੇ ਸਾਡੀ ਸਰਕਾਰ ਸਮਗਲਰਾਂ ਨੂੰ ਪ੍ਰੋਟੈਕਸ਼ਨ ਦਿੰਦੀ ਹੈ। ਦਾਨੇ ਵਾਲੀਆ ਸਭ ਦੱਸੋ ਕਸਰ ਕੀ ਰਹਿ ਗਈ? ਫਿਰ ਮਗਰ ਕੀ ਰਹਿ ਗਿਆ? ਮਤਲਬ ਇਹ ਕੁਛ ਮੇਰਾ ਖਿਆਲ ਹੈ ਵੀ ਜਿਹੜਾ ਕੁਛ ਦੁੱਲੋ ਸਾਹਿਬ ਨੇ ਕਹਿਤਾ, ਸੁਖਬੀਰ ਸਿੰਘ ਬਾਦਲ ਨੇ ਅਜੇ ਤੱਕ ਤੇ ਗੱਲ ਕਹੀ ਨਹੀਂ। ਉਹ ਵੈਸੇ ਗੱਲ ਕਹਿੰਦੇ ਆ ਕਿ ਇਹਨਾਂ ਦੀ ਸਰਕਾਰ ਹੈਗੀ ਹੈ ਜੀ, ਇਹ ਸ਼ਰਾਬ ਵਾਲਿਆਂ ਨਾਲ ਵੀ ਰਲੇ ਆ, ਫਲਾਨੇ ਰਲੇ, ਪਰ ਉਹ ਜਦੋਂ ਮਾਫੀਆ ਦੀ ਗੱਲ ਹੁੰਦੀ ਹੈ, ਕਿਉਂਕਿ ਮਾਫੀਆ ਵਾਲੀ ਗੱਲ ਫਿਰ ਹੁਣ ਪੁਰਾਣੀ ਵੀ ਸ਼ੁਰੂ ਹੋ ਜਾਂਦੀ ਹੈ ਜੀ ਜੀ। ਤੇ ਇਹ ਦੁੱਲੋ ਸਾਹਿਬ ਕਹਿੰਦੇ ਆ, ਤੇ ਦੁੱਲੋ ਸਾਹਿਬ ਜੇ ਕਹਿੰਦੇ ਆ ਤੇ ਇਹਦਾ ਮਤਲਬ ਕਿ ਕਾਂਗਰਸ ਪਾਰਟੀ ਦੇ ਅੰਦਰ ਸਭ ਕੁਝ ਠੀਕ ਹੈ। ਅੱਛਾ ਨਹੀਂ ਹੈ। ਵੈਸੇ
ਕਹਿੰਦੇ ਵੀ ਹੁਣ ਕਾਂਗਰਸ ਪਾਰਟੀ ਨੇ ਥੋੜ੍ਹੀ ਜਿਹੀ ਸਥਿਤੀ ਨੂੰ ਠੀਕ ਕਰਨ ਵਾਸਤੇ ਬੰਦੇ ਭੇਜਤੇ ਹੈ। ਵੈਸੇ ਉਹ ਇੱਕ ਇਹਨਾਂ ਦੇ MLA ਸਾਹਿਬ ਸੀ ਬਲਵਿੰਦਰ ਸਿੰਘ ਲਾਡੀ ਸਾਹਿਬ ਜੀ, ਉਹ ਤਾਂ ਵਾਪਸ ਆ ਗਏ। ਉਹ ਵਾਪਸ ਤਾਂ ਹੀ ਆਏ ਹੈ ਨਾ ਜੀ। ਉਹ ਫਿਰ ਹਾਈ ਕਮਾਂਡ ਵਾਲੇ ਕਹਿੰਦੇ ਵੀ ਇਸ ਹਿਸਾਬ ਨਾਲ ਤਾਂ ਇਹ ਹੈ ਕਿ ਕੋਰਟ ਲੱਗਣ ਤੋਂ ਪਹਿਲਾਂ ਹੀ ਆਪਣੇ ਬਹੁਤ ਸਾਰੇ MLA ਉੱਡ ਜਾਣਗੇ ਹਾਂ। ਤੇ ਜਿਹੜੀ ਪਰਸੈਪਸ਼ਨ ਹੈ ਉਹ ਪਰਸੈਪਸ਼ਨ ਦੀ ਲੜਾਈ ਤਾਂ ਆਪਾਂ ਹਾਰ ਜਾਾਂਗੇ। ਕਿਵੇਂ ਨਾ ਕਿਵੇਂ ਇਹਨਾਂ ਨੂੰ ਕਹਿੰਦੇ ਤੁਸੀਂ ਸੰਭਾਲੋ ਜੀ, ਤੇ ਉਹ ਸੰਭਾਲਣ ਵਾਸਤੇ ਫਿਰ ਦਿੱਲੀ ਵਾਲਿਆਂ ਨੇ ਕੋਸ਼ਿਸ਼ ਕੀਤੀ। ਅੱਛਾ ਜੀ। ਹੁਣ ਦਿੱਲੀ ਵਾਲੇ ਜਿਹੜੀ ਪੰਜਾਬ ਦੀ ਇਹ ਜਿਹੜੀ ਡੈਮੇਜ ਕੰਟਰੋਲ ਕਰਨ ਲੱਗੇ ਹੋਏ ਆ, ਉਹਨਾਂ ਨੇ ਦਿੱਲੀ ਵਾਲਿਆਂ ਨੇ ਫਿਰ ਕੋਸ਼ਿਸ਼ ਇਹ ਕੀਤੀ। ਉਹਨਾਂ ਨੇ ਕਿਹਾ ਜੀ ਕੋਈ ਗੱਲ ਨਹੀਂ, ਤੁਸੀਂ ਇਹਨੂੰ ਕਹੋ ਕਿ ਤੈਨੂੰ ਟਿਕਟ ਦੇ ਦਿਆਂਗੇ ਜੀ। ਉਹਨੂੰ ਫਿਰ ਸਮਝਾਇਆ ਗਿਆ ਕਿ ਭਾਈ ਤੈਨੂੰ ਟਿਕਟ ਦੇਗਾ। ਮੈਨੂੰ ਕਿਹਾ ਯਾਰ ਮੇਰੇ ਤੇ ਮੈਂ ਗਿਆ ਤਾਂ ਭਾਰਤੀ ਜਨਤਾ ਪਾਰਟੀ 'ਚ ਆਪਦੀ ਮਰਜ਼ੀ ਨਾਲ ਹੀ ਗਿਆ ਸੀ, ਪਰ ਕਹਿੰਦਾ ਵੀ ਹੁਣ ਮੇਰੇ ਲੋਕ ਮੈਨੂੰ ਦੱਸਦੇ ਆ ਵੀ ਭਾਰਤੀ ਜਨਤਾ ਪਾਰਟੀ ਦਾ ਕੁਛ ਹੈ ਨਹੀਂ ਯਾਰ, ਤੂੰ ਪਾਰਟੀ 'ਚ ਹੀ ਮੁੜਿਆ। ਤੇ ਚੰਨੀ ਸਾਹਿਬ ਨੇ ਵੀ ਕਹਿੰਦੇ ਮੈਨੂੰ ਕਹਿਤਾ ਜੀ, ਤੇ ਹਾਈ ਕਮਾਂਡ ਨੇ ਵੀ ਕਹਿਤਾ ਵੀ ਕੋਈ ਗੱਲ ਨਹੀਂ, ਤੇਰੇ ਦੁੱਖ ਦਰਦ ਦੂਰ ਕਰ ਦਿਆਂਗੇ। ਦੁੱਖ ਦਰਦ ਕੀ ਹੈ, ਚਾਹੀਦੀ ਤਾਂ ਟਿਕਟ ਹੈ। ਬਿਲਕੁਲ। ਉਹ ਕਹਿੰਦੇ ਟਿਕਟ ਦੇ ਦਾਂਗੇ। ਨਾਲ ਉਹਨਾਂ ਨੇ ਕਹਿਤਾ ਕਹਿੰਦੇ ਵੀ ਜੇ ਥੋੜ੍ਹੀ ਬਹੁਤੀ ਕਹਿੰਦੇ ਵੀ ਨਾਰਾਜ਼ਗੀ ਫਤਿਹ ਜੰਗ ਬਾਜਵੇ ਦੀ ਦੂਰ ਹੋ ਜੇ ਤਾਂ ਉਹ ਵੀ ਸਕਦੇ ਹਾਂ। ਇਹਦਾ ਮਤਲਬ ਹੈ ਕਿ ਉੱਥੇ ਵੀ ਉਹਨੂੰ ਵੀ ਵਾਪਸ ਮੋੜਨ ਵਾਸਤੇ ਗੱਲ ਸ਼ੁਰੂ ਕਰਤੀ ਹੈ ਹਾਈ ਕਮਾਂਡ ਨੇ। ਪਰ ਇੱਕ ਪਾਸੇ ਕਹਿੰਦੇ ਵੀ ਉਹ ਜੋੜਨ ਦੀ ਗੱਲ ਕਰਦੇ ਤੇ ਦੂਜੇ ਪਾਸੇ ਤੋੜਨ ਦੀ ਗੱਲ ਕਰਦੇ। ਇੱਥੇ ਟਾਰਗੇਟ ਮੁੱਖ ਮੰਤਰੀ ਨੂੰ ਕਰ ਰਿਹਾ, ਤੇ ਮੁੱਖ ਮੰਤਰੀ ਨੂੰ ਟਾਰਗੇਟ ਕੌਣ ਕਰ ਰਿਹਾ? ਰਾਜ ਸਭਾ ਦਾ ਮੈਂਬਰ ਜੀ, ਸਾਬਕਾ ਪ੍ਰੈਜ਼ੀਡੈਂਟ, ਜਿਹਨੂੰ ਸਿੱਧੂ ਸਾਹਿਬ ਜਾ ਕੇ ਮਿਲ ਕੇ ਆਉਂਦੇ ਜੀ। ਤੇ ਉਧਰ ਫਿਰ ਲਖੀਮਪੁਰ ਖੀਰੀ ਕਾਂਡ ਦੇ ਵਿੱਚ ਕੀ ਅਪਡੇਟ ਹੈ ਜੀ? ਦੇਖੋ ਜੀ, ਲਖੀਮਪੁਰ ਖੀਰੀ ਦੇ ਵਿੱਚ ਜਿਹੜਾ ਆਸ਼ੀਸ਼ ਮਿਸ਼ਰਾ ਹੈ ਜੀ, ਉਹਦਾ ਪਿਓ ਹੈ ਅਜੇ ਮਿਸ਼ਰਾ। ਉਹਦੇ ਪਿਓ ਨੇ, ਅਜੇ ਮਿਸ਼ਰਾ ਨੇ, ਇੱਕ ਗੱਲ ਕਹੀ ਸੀ ਜਦੋਂ ਲਖੀਮਪੁਰ ਖੀਰੀ ਵਾਲਾ ਰੌਲਾ ਪਿਆ ਜੀ ਕਿ ਜੀ ਮੇਰਾ ਮੁੰਡਾ ਤਾਂ ਉਹਦੇ ਮੌਕੇ ਤੇ ਹੀ ਹੈ ਨਹੀਂ ਸੀ। ਮੇਰਾ ਮੁੰਡਾ ਤਾਂ ਉਸ ਵੇਲੇ ਕਹਿੰਦੇ ਵੀ ਸਾਡੇ ਪਿੰਡ ਗਿਆ ਸੀ ਜੀ, ਔਰ ਪਿੰਡ ਜਾ ਕੇ ਉਹਨੇ ਇੱਕ ਦੰਗਲ ਕਰਵਾ ਰਿਹਾ ਸੀ, ਉਸ ਦੰਗਲ ਵਾਲੀ ਥਾਂ ਦੇ ਉੱਤੇ ਸੀਗਾ। ਤੇ ਜੇ ਕਹਿੰਦੇ ਵੀ ਮੇਰਾ ਮੁੰਡਾ ਸਾਬਤ ਹੋ ਗਿਆ ਤਾਂ ਮੈਂ ਸਿਆਸਤ ਤੋਂ ਸੰਨਿਆਸ ਲੈ ਲੂੰਗਾ ਜੀ। ਹੁਣ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਹੈ ਜਿਹੜੀ, ਉਹਦੀ ਟੀਮ ਦੀ ਨਿਗਰਾਨੀ ਕਰ ਰਹੀ ਹੈ ਸੁਪਰੀਮ ਕੋਰਟ ਖੁਦ। ਅੱਛਾ ਜੀ। ਸੁਪਰੀਮ ਕੋਰਟ ਨੇ ਜਿਹੜੀ ਪਹਿਲੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਸੀ ਯੂਪੀ ਸਰਕਾਰ ਨੇ, ਉਹ ਕਰਤੀ ਸੀ ਭੰਗ, ਤੇ ਉਹਦੀ ਥਾਂ ਤੇ ਉਹਨਾਂ ਨੇ ਆਪਣੀ ਮਰਜ਼ੀ ਨਾਲ ਇੱਕ ਨਵੀਂ ਟੀਮ ਬਣਾਤੀ ਜੀ। ਉਸ ਟੀਮ ਨੂੰ ਜਿਹੜਾ ਹੈਗਾ ਦੇਖਭਾਲ ਕਰਨ ਵਾਸਤੇ, ਉਸ ਟੀਮ ਦੀ ਕਾਰਗੁਜ਼ਾਰੀ ਦੀ ਨਿਰਖ ਪਰਖ ਦੇ ਲਈ ਜੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਇੱਕ ਰਿਟਾਇਰਡ ਜਸਟਿਸ ਜੈਨ ਹੈਗੇ, ਉਹਨਾਂ ਨੂੰ ਲਾਇਆ ਹੋਇਆ ਸੀ। ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਪਹਿਲਾਂ ਹੀ ਆਪਣੀ ਰਿਪੋਰਟ ਜਿਹੜੀ ਸਰਕਾਰ ਦੇ ਸਪੁਰਦ ਕਰਤੀ ਸੀ। ਉਸ ਰਿਪੋਰਟ ਦੇ ਆਧਾਰ ਤੇ ਜੀ 5000 ਪੰਨਿਆਂ ਦੀ ਉਹਨਾਂ ਨੇ ਇੱਕ ਚਾਰਜ ਸ਼ੀਟ ਦਾਇਰ ਕੀਤੀ ਹੈ ਜੀ। ਉਸ ਚਾਰਜ ਸ਼ੀਟ ਦੇ ਜ਼ਰੀਏ ਉਹਨਾਂ ਨੇ 14 ਵਿਅਕਤੀਆਂ ਨੂੰ ਦੋਸ਼ੀ ਬਣਾਇਆ। 14 ਦੇ ਵਿੱਚੋਂ ਆਸ਼ੀਸ਼ ਮਿਸ਼ਰਾ ਜਿਹੜਾ ਹੈਗਾ ਉਹ ਨੰਬਰ 1 ਦਾ ਹੈ ਜੀ। ਔਰ ਟੋਟਲ ਜਿਹੜੀ ਉੱਥੇ ਕੈਜੂਅਲਟੀਜ਼ ਹੁੰਦੀਆਂ 4 ਕਿਸਾਨ ਜੀ, ਇੱਕ ਪੱਤਰਕਾਰ, 5 ਬੰਦੇ ਤਾਂ ਮਾਰੇ ਗਏ ਸੀਗੇ, ਜਿਹੜੇ ਮਾਰੇ ਗਏ ਸੀਗੇ ਇਹਨਾਂ ਮੁਲਜ਼ਮਾਂ ਵੱਲੋਂ। 3 ਬੰਦੇ ਹੋਰ ਮਰ ਗਏ ਸੀ ਜੀ। 3 ਬੰਦਿਆਂ ਦੇ ਵਿੱਚੋਂ 2 ਭਾਰਤੀ ਜਨਤਾ ਪਾਰਟੀ ਦੇ ਵਰਕਰ ਸੀ ਤੇ ਇੱਕ ਗੱਡੀ ਚਲਾਉਣ ਵਾਲਾ ਡਰਾਈਵਰ ਸੀ ਜੀ। ਟੋਟਲ ਹੋ ਗਏ 8। ਇਹਦੀ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਇਹ ਗੱਲ ਕਹੀ ਹੈ ਕਿ ਜਿਹੜੇ 5 ਕਿਸਾਨ, 4 ਇੱਕ ਪੱਤਰਕਾਰ ਤੇ 4 ਕਿਸਾਨ ਮਰੇ ਜੀ ਜੀ, ਇਹਨਾਂ ਨੂੰ ਜਾਣ ਬੁੱਝ ਕੇ ਯੋਜਨਾਬੱਧ ਤਰੀਕੇ ਦੇ ਨਾਲ ਕਤਲ ਕੀਤਾ ਗਿਆ। ਠੀਕ ਹੈ। ਜਿਹੜੇ ਬਾਕੀ 3 ਬੰਦੇ ਮਰੇ ਉਹ ਜਿਹੜਾ ਇਹ ਕਤਲ ਕੀਤੇ, ਤੇ ਇਹਨਾਂ ਕਤਲਾਂ ਦੇ ਵਿੱਚੋਂ ਜਿਹੜੀ ਪ੍ਰੋਵੋਕੇਸ਼ਨ ਪੈਦਾ ਹੋਈ ਹੈ ਜੀ ਜੀ, ਇਹ ਉਸ ਪ੍ਰੋਵੋਕੇਸ਼ਨ ਦਾ ਨਤੀਜਾ। ਭਾਵ ਉਹਨਾਂ ਨੂੰ ਜਾਣਬੁੱਝ ਕੇ ਕਤਲ ਨਹੀਂ ਕੀਤਾ ਗਿਆ, ਉਹ ਤਾਂ ਅਚਨਚੇਤ ਜਦੋਂ ਉਹਨਾਂ ਦੇ ਸਾਥੀ ਮਾਰੇ ਗਏ ਤੇ ਕਿਸਾਨ ਬੇਕਾਬੂ ਹੋ ਗਏ, ਜਜ਼ਬਾਤਾਂ ਤੇ ਕਾਬੂ ਨਾ ਪਾ ਸਕੇ, ਉਹਦੀ ਵਜ੍ਹਾ ਕਾਰਨ ਬਣ ਗਏ। ਟੋਟਲ ਜਿਹੜੇ ਹੈਗੇ ਜੀ ਇਹ ਬੰਦਿਆਂ ਦੇ ਵਿੱਚੋਂ 13 ਬੰਦੇ ਗ੍ਰਿਫਤਾਰ ਹੋ ਚੁੱਕੇ ਹੈ। ਮੇਨ ਦੋਸ਼ੀ ਜਿਹੜਾ ਹੈਗਾ ਆਸ਼ੀਸ਼ ਮਿਸ਼ਰਾ ਉਹ ਵੀ ਗ੍ਰਿਫਤਾਰ ਹੋਇਆ ਜੀ, ਲੇਕਿਨ ਇੱਕ ਬਰਿੰਦਰ ਸ਼ੁਕਲਾ ਹਾਲੇ ਤੱਕ ਗ੍ਰਿਫਤਾਰੀ ਤੋਂ ਬਾਹਰ ਹੈ। ਔਰ ਦੂਜੇ ਪਾਸੇ ਜੇ ਆਪਾਂ ਦੇਖੀਏ ਤੇ ਇਹਦੇ ਵਿੱਚ ਉਹਨਾਂ ਨੇ ਲਾਈ ਹੈ ਜੀ 302, ਅੱਛਾ ਜੀ, 307, 326, 149, 34, 427 ਤੇ 120 ਜੀ। ਇਹ ਸਾਰਾ ਕੁਝ ਹੋ ਗਿਆ। ਹੁਣ ਇੱਥੇ ਅਗਲਾ ਸਵਾਲ ਖੜਾ ਹੋ ਗਿਆ। ਅਗਲਾ ਸਵਾਲ ਖੜਾ ਕੀਤਾ ਜੀ ਰਾਹੁਲ ਗਾਂਧੀ ਨੇ ਜੀ। ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਹੁਣ ਅਜੇ ਮਿਸ਼ਰਾ ਨੂੰ ਤੁਸੀਂ ਜਿਹੜਾ ਡਿਸਮਿਸ ਕਰੋ ਜੀ। ਪੁੱਤ ਜਦੋਂ ਮਤਲਬ ਇੱਕ ਸਾਜ਼ਿਸ਼ ਨਾਲ ਕੀਤੇ ਹੋਏ ਕਤਲ ਕਾਂਡ ਦਾ ਮੁੱਖ ਦੋਸ਼ੀ ਹੈ ਤੇ ਪਿਓ ਕੇਂਦਰ ਦੇ ਵਿੱਚ ਗ੍ਰਹਿ ਰਾਜ ਮੰਤਰੀ, ਉਹ ਵੀ ਜਿਹਦੇ ਥੱਲੇ ਪੁਲਿਸ ਹੈ, ਤੇ ਇਸ ਬੰਦੇ ਨੂੰ ਰਹਿਣ ਦਾ ਹੱਕ ਕੋਈ ਨਹੀਂ। ਵੈਸੇ ਵੀ ਜੇ ਆਪਾਂ ਦੇਖੀਏ, ਜਦੋਂ ਪਿਓ ਨੇ ਪਹਿਲਾਂ ਕਿਹਾ ਸੀ ਕਿ ਮੇਰੇ ਪੁੱਤ ਦਾ ਕਸੂਰ ਹੀ ਕੋਈ ਨਹੀਂ, ਮੈਨੂੰ ਜੋ ਸਜ਼ਾ ਕਹੋਗੇ ਪਾਊਂਗਾ ਮੈਂ, ਤਾਂ ਉਹ ਸਜ਼ਾ ਹੁਣ ਹੋਣੀ ਚਾਹੀਦੀ ਹੈ ਜੀ। ਵੈਸੇ ਅੱਜ ਕੱਲ੍ਹ ਉਹ ਗ੍ਰਹਿ ਰਾਜ ਮੰਤਰੀ ਹੈ, ਪਰ ਗ੍ਰਹਿ ਰਾਜ ਮੰਤਰੀ ਨੇ ਕੱਲ ਪਹਿਲਾਂ ਕਿਸਾਨਾਂ ਨੂੰ ਧਮਕੀ ਦਿੱਤੀ ਸੀ ਕਿ ਮਤ ਸੋਚੋ ਕਿ ਅੱਜ ਮੈਂ ਗ੍ਰਹਿ ਮੰਤਰੀ ਤੇ
ਪਾਰਲੀਮੈਂਟ ਦਾ ਮੈਂਬਰ ਹਾਂ। ਜੀ। ਪਾਰਲੀਮੈਂਟ ਦੇ ਮੈਂਬਰ ਬਣਨ ਤੋਂ ਪਹਿਲਾਂ ਮੇਰੇ ਇਤਿਹਾਸ ਤੇ ਵੀ ਜਰਾ ਨਜ਼ਰ ਮਾਰ ਲਓ। ਤੇ ਦਾਨੇ ਵਾਲੀਆ ਸਾਹਿਬ ਉਹ ਇਤਿਹਾਸ ਦੇ ਉੱਤੇ ਜੇ ਨਜ਼ਰ ਮਾਰ ਗਏ ਆਪਾਂ ਜੀ ਤਾਂ ਇਸ ਸ਼੍ਰੀਮਾਨ ਅਜੇ ਮਿਸ਼ਰਾ ਦੇ ਉੱਤੇ ਇੱਕ ਕਤਲ ਦਾ ਦੋਸ਼ ਵੀ ਲੱਗ ਚੁੱਕਾ ਹੈ। ਜੀ ਜੀ ਕਤਲ ਦਾ ਮੁਕੱਦਮਾ ਵੀ ਇਹਦੇ ਤੇ ਚੱਲ ਚੁੱਕਾ ਹੈ। ਉਹ ਫਿਰ ਕਹਿੰਦੇ ਹੁੰਦੇ ਆ ਨਾ ਵੀ ਜਿਹੋ ਜੇ ਆਲੇ ਉਹੋ ਜੇ ਕੁਝੇ। ਜੀ ਜੀ ਠੀਕ ਹੈ। ਜਿਹੋ ਜਿਹਾ ਬਾਪ ਸੀ ਫਿਰ ਪੁੱਤ ਨੇ ਉਹੀ ਗੱਲ ਕੀਤੀ। ਬਿਲਕੁਲ ਸਿਆਣੀ ਗੱਲ। ਔਰ ਮੇਰੇ ਖਿਆਲ ਮੁਤਾਬਕ ਜਿਹੜੀ ਸਾਨੂੰ ਵੀ ਜੇ ਆਪਾਂ ਦੇਖੀਏ ਕਿ ਜਿਹੜੀ ਕਾਮਨ ਸੈਂਸ ਕੀ ਕਹਿੰਦੀ ਹੈ ਕਿ ਜਦੋਂ ਪੁੱਤ ਦੇ ਉੱਤੇ ਐਡਾ ਵੱਡਾ ਇਲਜ਼ਾਮ ਲੱਗਿਆ ਹੋਵੇ ਤੇ ਉਹ ਪੁੱਤ ਦੀ ਜੇ ਇੰਨੀ ਜ਼ਰੂਰਤ ਪਈ ਕਿ ਉਹਨੇ 4-5 ਬੰਦੇ ਮਾਰਤੇ ਤਾਂ ਫਿਰ ਉਹਦੇ 'ਚ ਇਹ ਵੀ ਉਹਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਉਹਨੂੰ ਇਹ ਸੀ ਕਿ ਮੇਰਾ ਪਿਓ ਇੱਕ ਸ਼ਕਤੀਸ਼ਾਲੀ ਬੰਦਾ ਮੇਰੇ ਮਗਰ ਹੈਗਾ, ਮੇਰਾ ਤਾਂ ਕੋਈ ਵਾਲ ਵਿੰਗਾ ਨਹੀਂ ਕਰ ਸਕਦਾ। ਤੇ ਉਸ ਬਾਪ ਨੂੰ ਹੁਣ ਕੁਰਸੀ ਤੇ ਰਹਿਣ ਦਾ ਕੋਈ ਹੱਕ ਨਹੀਂ। ਮੁਕੱਦਮੇ ਨੂੰ ਵੇਟ ਕਰੇ, ਉਹਦਾ ਪੁੱਤ ਬਰੀ ਹੋ ਗਿਆ ਤਾਂ ਫਿਰ ਬੇਸ਼ੱਕ ਉਹਨੂੰ ਬਣਾ ਲੈਣ। ਜੀ ਜੀ। ਤੇ ਜੇ ਉਹਦਾ ਪੁੱਤ ਨੂੰ ਸਜ਼ਾ ਹੋ ਗਈ ਤਾਂ ਬਿਲਕੁਲ ਇਹੋ ਜਿਹੇ ਬੰਦੇ ਨੂੰ ਜਿਹੜਾ ਹੈਗਾ ਬਾਹਰ ਰੱਖਣਾ ਚਾਹੀਦਾ। ਵੈਸੇ ਮੈਂ ਯਾਦ ਕਰਾਉਣਾ ਕਿ ਜਦੋਂ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਹੈ ਮੋਦੀ ਸਾਹਿਬ, ਉਦੋਂ ਮੋਦੀ ਸਾਹਿਬ ਨੇ ਇੱਕ ਕਹਿੰਦੇ ਸੀ ਜੀ ਕਾਨੂੰਨ ਲੈ ਕੇ ਆ ਰਹੇ ਕਿ 1 ਸਾਲ ਦੇ ਵਿੱਚ ਜੀ ਜਿੰਨੇ ਵੀ ਅਪਰਾਧੀ ਹੈ ਉਹਨਾਂ ਅਪਰਾਧੀਆਂ ਦੇ ਕੇਸਾਂ ਦਾ ਫੈਸਲਾ ਹੋ ਕੇ ਜੀ ਅਸੀਂ ਸੰਸਦ ਨੂੰ ਤੇ ਜਿਹੜੀਆਂ ਅਸੈਂਬਲੀਆਂ ਉਹਨਾਂ ਨੂੰ ਅਪਰਾਧ ਮੁਕਤ ਕਰਨੇ ਜੀ। ਪ੍ਰਧਾਨੇ ਵਾਲੀਆ ਸਾਹਿਬ ਤੁਸੀਂ ਇਹ ਦੇਖੋ ਕਿ ਪਹਿਲੀ ਟਨਿਓਰ ਦੇ ਵਿੱਚ ਜਿੰਨੇ ਸੀ ਦੂਜੀ ਟਨਿਓਰ ਨੂੰ ਤਾਂ ਉਦੋਂ ਵੀ ਵੱਧ ਗਏ। ਤੇ ਮੇਰਾ ਖਿਆਲ ਹੈ ਵੀ ਕਿਤੇ ਅਗਲੀ ਟਨਿਓਰ ਤੱਕ ਇਹ ਨਾ ਹੋ ਜੇ। 500 ਤੇ 44 ਹੈ ਆਪਣੇ 43 ਹੈ 543 ਮੈਂਬਰਾਂ ਦਾ ਆਪਣਾ ਲੋਕ ਸਭਾ ਹੈ। ਤੇ ਇਹਦੇ ਵਾਸਤੇ ਕਿੰਨੇ ਚਾਹੀਦੇ ਆ ਜੀ? ਅੱਧ ਵਾਸਤੇ 22 ਤੇ 250 ਸਮਝ ਲਓ ਵੀ 272 ਚਾਹੀਏ। ਕਿਤੇ ਇਹ ਨਾ ਹੋ ਜੇ ਵੀ ਅਗਲੀ ਵਾਰੀ ਨੂੰ 272 ਨਾਲ ਵੀ ਟੱਪ ਜੇ ਕੰਮ। ਅਪਰਾਧੀ ਇਹਨੇ ਪਹੁੰਚ ਜਾਣ। ਜਦੋਂ ਤੁਸੀਂ ਉਹਨਾਂ ਅਪਰਾਧੀਆਂ ਦੀ ਤੇ ਉਹਨਾਂ ਦੇ ਜਿਹੜੇ ਜਿਨ੍ਹਾਂ ਦੇ ਬੱਚੇ ਅਪਰਾਧ ਦੇ ਵਿੱਚ ਉਲਝੇ ਹੋਏ ਹੈ ਜੀ ਉਹਨਾਂ ਦੀ ਤੁਸੀਂ ਪੁਸ਼ਤ ਪਨਾਹੀ ਕਰੋਗੇ ਤਾਂ ਫਿਰ ਦਾੜੀ ਨਾਲੋਂ ਮੁੱਛਾਂ ਵੱਜ ਜਾਣਗੀਆਂ ਜੀ। ਬਿਲਕੁਲ ਜੀ। 552 ਜੀ 552 ਨੇ 552 ਲੋਕ ਸਭਾ ਦੀ। ਇਹ 530 ਦੇ ਇਲੈਕਸ਼ਨ ਹੁੰਦੇ ਆ ਜੀ ਤੇ 20 ਮੈਂਬਰ ਜਿਹੜੇ ਉਹ ਰਿਪਰੈਜ਼ੈਂਟ ਉੱਥੇ ਹੁੰਦੇ ਨੋਮੀਨੇਟ। ਇਹ ਸਾਰੇ ਮੇਰੇ ਖਿਆਲ ਹਾਂਜੀ ਲੋਕ ਸਭਾ is composed by representative people chosen by direct election on the basis of adult suffrage. Maximum strength of the house is invested by constitution is 552 which is made by election of up to 530 members. ਫਿਰ ਬਾਕੀ 20 ਜਿਹੜੇ ਨੋਮੀਨੇਟ ਹੁੰਦੇ ਹੋਣੇ। ਅੱਛਾ ਉਹ ਮੇਰਾ ਖਿਆਲ ਹੈ ਸ਼ਾਇਦ ਨੋਮੀਨੇਟ ਜਾਂ ਕਿਸੇ ਕਿਵੇਂ ਵੀ ਹੈ ਕਿਉਂਕਿ ਕਲੀਅਰ ਨਹੀਂ ਹੁੰਦਾ ਗਾ ਇਸ ਚੀਜ਼ 'ਚ। ਮੈਂ ਆਪਾਂ 20 ਮੈਂਬਰ ਆਫ ਟੂ ਰਿਪਰੈਜ਼ੈਂਟ ਦਾ ਯੂਨੀਅਨ ਟੈਰੀਟਰੀਜ਼ ਉਹ ਆ ਗਏ ਜੀ। ਯੂਨੀਅਨ ਟੈਰੀਟਰੀਜ਼ ਨੂੰ ਰਿਪਰੈਜ਼ੈਂਟ ਕਰਦੇ ਆ ਨਾਟ ਮੋਰ ਦੈਨ 2 ਮੈਂਬਰਸ ਆਫ ਐਂਗਲੋ ਇੰਡੀਅਨ ਕਮਿਊਨਿਟੀ ਟੂ ਬੀ ਨੋਮੀਨੇਟਡ ਬਾਈ ਆਨਰੇਬਲ ਪ੍ਰੈਜ਼ੀਡੈਂਟ। ਠੀਕ ਹੈ ਇਹ ਹੈ ਜੀ। ਠੀਕ ਹੈ ਜੀ। ਕਈ ਜਿਹੜੀਆਂ ਯੂਨੀਅਨ ਟੈਰੀਟਰੀ ਉੱਥੋਂ ਵੀ ਆ ਜਾਂਦੇ ਨੇ। ਸੋ ਇਹ ਚੀਜ਼ਾਂ ਸੋ ਵੇਖਦੇ ਜੀ ਆਗੇ ਹੁੰਦਾ ਹੈ ਕਿਆ। ਚਲੋ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਮਿਹਰਬਾਨੀ। ਸੋ ਪ੍ਰੋਗਰਾਮ ਸ਼ਮਾਦਾਨ ਇੱਥੇ ਹੀ ਸਮਾਪਤ ਕਰਨ ਦੀ ਤੁਹਾਡੇ ਤੋਂ ਆਗਿਆ ਲੈਂਦੇ ਹਾਂ ਜੀ। ਸੋ ਜੁੜੇ ਰਹੋ ਰੇਡੀਓ ਪੰਜਾਬ ਟੁਡੇ ਦੇ।